ਸਟੇਟਾਂ ਦਾ ਸੈਂਟਰ ਦੇ ਨਾਲ ਕੀ ਰਿਲੇਸ਼ਨ ਹੋਵੇ, ਇਹ ਕੁਐਸਚਨ ਹਮੇਸ਼ਾ ਹੀ ਹਿੰਦੁਸਤਾਨ ਦੇ ਵਿੱਚ ਬਾਰ-ਬਾਰ ਉੱਭਰਦਾ ਰਿਹਾ ਹੈ। ਤਾਂ ਮੈਨੂੰ ਲੱਗਦਾ ਹੈ ਖਾਲਿਸਤਾਨ ਅੱਜ ਦੇ ਸਮੇਂ ਦੇ ਵਿੱਚ ਬਿਲਕੁਲ ਇਹੋ ਜਿਹੀ ਇੱਕ ਮੁੱਦਾ ਹੈ ਜਿਹੜਾ ਇਸ ਵੇਲੇ ਜੋ ਲੋਕਾਂ ਦੀਆਂ ਅਸਲ ਭਾਵਨਾਵਾਂ ਨੇ, ਅਸਲ ਡਿਮਾਂਡ ਹੈ, ਸਗੋਂ ਉਸ ਤੋਂ ਇੱਕ ਦੂਜੀ ਦਿਸ਼ਾ ਦੇ ਵਿੱਚ, ਇੱਕ ਕੱਟੜਵਾਦ ਦੀ ਦਿਸ਼ਾ ਦੇ ਵਿੱਚ ਉਸ ਨੂੰ ਜਿਹੜਾ ਹੈ ਉਹ ਭਟਕਾਉਣਾ ਚਾਹੁੰਦਾ ਹੈ। ਜਿਹੜੀ ਖਾਲਿਸਤਾਨ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਖਾਲਿਸਤਾਨ ਦਾ ਹਾਲੇ ਇੱਕ ਅੰਮ੍ਰਿਤਪਾਲ ਸਿੰਘ ਨਵੇਂ ਨੌਜਵਾਨ ਉਭਰੇ ਨੇ, ਅੱਗੇ ਉਹਨਾਂ ਦਾ ਏਜੰਡਾ ਹਾਲੇ ਪੂਰਾ ਕੋਈ ਕਲੀਅਰ ਨਹੀਂ ਹੈਗਾ ਹੈ। ਪਰ ਮੈਨੂੰ ਨਹੀਂ ਲੱਗਦਾ ਕੋਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਲੈ ਕੇ ਆਪਾਂ ਖਾਲਿਸਤਾਨ ਦੀ ਉੱਪਰ ਕੋਈ ਇੰਨਾ ਹਾਲੇ ਕੁਝ ਕਹਿ ਸਕਦੇ ਹਾਂ। ਖੁੱਲ੍ਹੇ ਤੌਰ 'ਤੇ ਗੱਲ ਇਸੇ ਤਰ੍ਹਾਂ ਹੀ ਚੱਲ ਰਹੀ ਹੈ, ਖਾਲਿਸਤਾਨ ਦੀ ਗੱਲ ਚੱਲ ਰਹੀ ਹੈ ਤੇ ਉੱਤੇ ਚਰਚਾ ਛਿੜ ਗਈ। ਉਹ ਇੱਕ ਜੇ ਉਹ ਗੱਲ ਕਰ ਰਹੇ ਸੀ ਕਿ ਨੌਜਵਾਨਾਂ ਨੂੰ ਇਕੱਠੇ ਕੀਤਾ ਜਾਊਗਾ, ਜੇ ਉਹ ਅੱਜ ਉੱਭਰ ਕੇ ਆਏ ਨੇ ਤੇ ਕੋਈ ਨਾ ਕੋਈ ਸੰਗਤਾਂ ਉਹਦੇ ਨਾਲ ਜੁੜੀਆਂ ਨੇ, ਤਾਂ ਹੀ ਉਹ ਉੱਭਰੇ ਨੇ। ਅੱਜ ਸਾਰਾ ਮੀਡੀਆ ਚੈਨਲ, ਅਖਬਾਰਾਂ ਜੇ ਅੰਮ੍ਰਿਤਪਾਲ ਸਿੰਘ ਨੂੰ ਕਵਰ ਕਰ ਰਹੀਆਂ, ਉਹਦਾ ਕੋਈ ਨਾ ਕੋਈ ਕਾਰਨ ਤਾਂ ਹੈ। ਸਾਰੀ ਦੁਨੀਆ ਜਾਣਦੀ ਹੈ ਉਸ ਵੇਲੇ ਇਹਨਾਂ ਦਾ ਕੀ ਰੋਲ ਸੀ। ਸੋ ਜੇ ਉਹਨਾਂ ਨੇ ਖਾਲਿਸਤਾਨ ਲੈਣ ਵਾਸਤੇ ਕੁੱਦ ਲੈਣਾ ਸੀਗਾ ਤਾਂ ਉਹ ਉਦੋਂ ਹੀ ਹੋ ਲੈਣਾ ਸੀ ਸਾਰਾ ਕੁਝ। ਪਰ ਜਿਹੜੀ ਗੱਲ ਹੈ, ਜਿਹੜੀ ਚਿੰਤਾ ਪੈਦਾ ਹੋ ਰਹੀ ਹੈ, ਜਿਵੇਂ ਉਹਨਾਂ ਦੇ ਬਿਆਨ ਨੇ ਅੰਮ੍ਰਿਤਪਾਲ ਦੇ, ਜਾਂ ਪਿਛਲੀਆਂ ਗੱਲਾਂ ਨੂੰ ਜੋੜ ਕੇ ਦੇਖੀ, ਉਹ ਬਿਆਨ ਕਿਤੇ ਨਾ ਕਿਤੇ ਜਿਵੇਂ ਮਾੜੇ ਦੌਰ ਦੇ ਵਿੱਚ ਇੱਕ ਨੌਜਵਾਨ ਪੀੜ੍ਹੀ ਇੱਕ ਹੋਰ ਪਾਸੇ ਬਹਿ ਗਈ ਸੀ, ਉਹਦਾ ਚਿੰਤਾ ਆ ਰਹੀ ਹੈ। ਜਿਵੇਂ ਤੁਸੀਂ ਕਿਹਾ ਵੀ ਇਹ ਪਛੜੇ ਸਿੱਖ, ਗਰੀਬ ਸਿੱਖਾਂ ਨੂੰ ਉਹ ਟਾਰਗੇਟ ਕਰ ਰਹੇ ਨੇ, ਪਰ ਜੇ ਆਪਾਂ ਗੱਲ ਕਰੀਏ ਡੇਰਾਬਾਦ ਵੀ ਮੈਨੂੰ ਲੱਗਦਾ ਵੀ ਇਸੇ ਕਮੀ ਤੋਂ ਪੈਦਾ ਹੋਇਆ। ਜਿਵੇਂ ਤੁਸੀਂ ਕਿਹਾ ਵੀ ਲੀਡਰਸ਼ਿਪ ਦੀ ਕਮੀ ਹੈ, ਜਾਂ SGPC ਦੀ ਜੋ ਨੁਮਾਇੰਦਗੀ ਸੀ ਸਿੱਖਾਂ ਦੀ, ਉਹਦੀ ਕਮੀ ਹੈ। ਕਿਤੇ ਨਾ ਕਿਤੇ SGPC ਜੋ ਵੱਡੀ ਸੰਸਥਾ, ਸਿਰਮੌਰ ਸੰਸਥਾ ਹੈ, ਤੇ ਹੋਰ ਸੰਸਥਾਵਾਂ ਵੀ ਨੇ, ਕਿਤੇ ਉਹਨਾਂ ਦਾ ਇਹ ਫੇਲੀਅਰ ਨਹੀਂ, ਜਾਂ ਉਹ ਕਿਤੇ ਨਜ਼ਰਅੰਦਾਜ਼ ਤਾਂ ਨਹੀਂ ਕਰ ਰਹੇ ਸੀ। 100% ਜਦ SGPC ਅਕਾਲੀ ਦਲ ਨੂੰ ਚਲਾਉਂਦੀ ਸੀ, ਅੱਜ ਅਕਾਲੀ ਦਲ SGPC ਨੂੰ ਚਲਾ ਰਿਹਾ, ਬਹੁਤ ਵੱਡਾ ਫਰਕ ਹੈ। ਹਾਂ, ਹੁਣ ਹੋ ਕੀ ਰਿਹਾ ਹੈ, ਜਿਹੜੀ ਅੰਮ੍ਰਿਤਪਾਲ ਹੋਣੀ ਜਿਹੜੀ ਗਲਤੀ ਕਰ ਰਹੇ ਨੇ, ਉਹ ਕਹਿੰਦੇ ਨੇ ਨਾ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਗੋਂ ਪੂਰੇ ਪੰਜਾਬ ਦੀ ਸਿਆਸਤ ਹੀ ਕਿਸੇ ਇੱਕ ਧਰਮ ਦੇ ਵੱਲ ਨੂੰ ਝੁਕ ਜਾਵੇ। ਇਹ ਡੇਂਜਰਸ ਹੈ। ਕਰਕੇ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ ਕਿ ਕਿਤੇ ਨੌਜਵਾਨ ਉਸ ਪਾਸੇ ਨਾ ਤੁਰ ਜਾਣ ਜਿਸ ਤਰ੍ਹਾਂ ਉਹਨਾਂ ਨੂੰ ਸਮਰਥਨ ਮਿਲ ਰਿਹਾ, ਜਿਸ ਤਰ੍ਹਾਂ ਚਾਹੇ ਉਹ ਇੱਕ ਦੀਪ ਸਿੱਧੂ ਕਰਕੇ ਮਿਲ ਰਿਹਾ ਹੈ, ਜਾਂ ਸਿਮਰਜੀਤ ਮਾਨ ਕਰਕੇ ਮਿਲ ਰਿਹਾ, ਜਾਂ ਕੋਈ ਹੋਰ ਵਿਚਾਰਧਾਰਾ ਕਰਕੇ ਮਿਲ ਰਿਹਾ, ਜਾਂ ਇੱਕ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਕਿ ਕਿਸੇ ਏਜੰਸੀ ਦਾ ਪ੍ਰਤੀਨਿਧ ਹੋ ਸਕਦਾ ਹੈ। ਹੁਣ ਇਸ ਪੰਥ ਦੀ ਤਾਂ ਘੱਟੋ ਘੱਟ ਮਜਬੂਰੀ ਨਹੀਂ ਹੋਣੀ ਚਾਹੀਦੀ ਵੀ ਇਹਨੂੰ ਕਿਸੇ ਦੂਜੇ ਤੋਂ ਖਤਰਾ ਜਾਂ ਕਿਸੇ ਤੋਂ ਡਰ ਕੇ ਰਹਿਣਾ ਚਾਹੇ। ਪਰ ਜਿਹੜੀ ਗੱਲ ਪਰਿਵਰਤਨ ਦੀ ਹੈਗੀ ਹੈ, ਉਹਦੇ 'ਚ ਇਕੱਲਾ ਇੱਕ ਧਰਮ ਨਹੀਂ ਹੈ, ਉਹਦੇ ਵਿੱਚ ਇੱਕ ਇਕਨੋਮਿਕ ਫੈਕਟਰ ਵੀ ਵਰਕ ਕਰ ਰਿਹਾ ਹੈਗਾ। ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਲਿਬਰੇਟ ਕਲਿੱਕ ਲੈ ਕੇ ਹਾਜ਼ਰ ਹਾਂ। ਅੱਜ ਆਪਾਂ ਉਸ ਦੇਸ਼ ਦੀ ਗੱਲ ਕਰਾਂਗੇ ਜੋ ਅਨੇਕਤਾ ਕਰਕੇ ਏਕਤਾ ਕਰਕੇ ਮਸ਼ਹੂਰ ਹੈ। ਮੈਨੂੰ ਲੱਗਦਾ ਕਿ ਪੂਰੀ ਦੁਨੀਆ ਵਿੱਚ ਇੰਨੇ ਵੱਖ-ਵੱਖ ਧਰਮ ਕਿਸੇ ਹੋਰ ਦੇਸ਼ 'ਚ ਨਹੀਂ ਹੋਣੇ, ਪਰ ਇਹ ਅਨੇਕਤਾ ਦੇ ਵਿੱਚ ਕਿਤੇ ਨਾ ਕਿਤੇ ਵੱਖਵਾਦ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਉਸ ਗੱਲ 'ਤੇ ਵਿਚਾਰਕਾਂ ਦਾ ਹੋਰ ਰੁਝਾਨ ਹੁੰਦਾ ਹੈ, ਅਤੇ ਜਿਹੜੇ ਇਸ ਲਹਿਰ ਨਾਲ ਜੁੜ ਜਾਂਦੇ ਆ ਜਾਂ ਜਿਹੜੀ ਇਸ ਵਿਚਾਰਧਾਰਾ ਨਾਲ ਜੁੜ ਜਾਂਦੇ ਆ, ਉਹ ਹੋਰ ਨਾਲ ਜੁੜਦੇ ਆ। ਕਿਤੇ ਨਾ ਕਿਤੇ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਹੁਣ ਫਿਰ ਇੱਕ ਗੱਲ ਚੱਲੀ ਹੈ ਕਿ ਖਾਲਿਸਤਾਨ, ਜਿਸ ਦਾ ਜ਼ਿਕਰ ਪਹਿਲਾਂ ਵੀ ਚੱਲਦਾ ਰਿਹਾ, ਅਤੇ ਉਸ ਦੌਰ ਦੇ ਵਿੱਚ ਬਹੁਤ ਕੁਛ ਇਸ ਦੇਸ਼ ਨੂੰ ਦੇਣਾ ਪਿਆ, ਇੱਕ ਸਟੇਟ ਨੂੰ ਦੇਣਾ ਪਿਆ। ਉਹਦੇ ਨਤੀਜੇ ਕੀ ਰਹੇ ਨੇ, ਉਹਦੇ ਅਸਰ ਅਤੇ ਉਹਦੀਆਂ ਜਿਹੜੀਆਂ ਚਰਚਾਵਾਂ ਨੇ ਅੱਜ ਤੱਕ ਹੁੰਦੀਆਂ ਨੇ, ਅਤੇ ਜਿਹੜੀ ਨਵੀਂ ਚਰਚਾ ਛਿੜੀ ਹੈ ਉਹ 'ਤੇ ਆਪਾਂ ਗੱਲ ਕਰਦੇ ਹਾਂ। ਅੰਮ੍ਰਿਤਪਾਲ ਸਿੰਘ ਪਿਛਲੇ ਕਈ ਦਿਨਾਂ ਤੋਂ ਖਾਲਿਸਤਾਨ ਦੇ ਨਾਮ ਚਰਚਾ 'ਚ ਹੈ, ਅਤੇ ਉਹ ਨੌਜਵਾਨਾਂ ਨੂੰ ਜੋੜਨ ਦੀ ਗੱਲ ਕਰਦਾ, ਅਤੇ ਆਪਾਂ ਉਸ ਵਿਸ਼ੇ 'ਤੇ ਗੱਲ ਕਰਦੇ ਹਾਂ ਜਿਹੜੇ ਵੱਖ-ਵੱਖ ਧਰਮਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਕਿਸੇ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ। ਇੱਕ ਵੱਡੀ ਵਿਚਾਰਧਾਰਾ ਦੀ ਗੱਲ ਕਰਦੇ ਨੇ ਜਿੱਥੇ ਦੇਸ਼ ਦੇ ਵਿੱਚ ਲੋਕਤੰਤਰ ਦੀ ਗੱਲ ਹੁੰਦੀ ਹੈ, ਅਤੇ ਦਰਸ਼ਕਾਂ ਵਿੱਚ ਵੱਖਵਾ ਨਾ ਬਣਦੇ ਹੋ। ਮੈਂ ਸਿੱਧਾ ਉਹਨਾਂ ਕੋਲ ਚੱਲਾਂਗਾ। ਮੇਰੇ ਨਾਲ ਨੇ ਸਰਦਾਰ ਗੁਰਜੋਤ ਸਿੰਘ ਸਾਹਨੀ ਜੀ, ਜੋ ਚੀਫ ਖਾਲਸਾ ਦੀਵਾਨ ਤੋਂ ਨੇ, ਅਤੇ ਇੱਕ ਸ਼੍ਰੀ ਕਮਲਜੀਤ ਸਿੰਘ ਜੀ, ਜੋ CPI ML ਤੋਂ ਨੇ,
ਜੋ ਨੈਸ਼ਨਲ ਬਾਡੀ ਦੇ ਮੈਂਬਰ ਨੇ। ਕਮਲਜੀਤ ਸਿੰਘ ਜੀ, ਪਹਿਲਾਂ ਤੁਹਾਡੇ ਕੋਲ ਜਾਵਾਂਗੇ ਕਿ ਤੁਹਾਡੀ ਪਾਰਟੀ ਦਾ ਜੇ ਸਿਰਨਾਮਾ ਉਹ ਲਿਬਰੇਸ਼ਨ ਨਾਲ ਜੁੜਦਾ ਹੈ ਜੀ। ਕੀ ਲਿਬਰੇਸ਼ਨ ਤੇ ਖਾਲਸਾ ਦਾ, ਖਾਲਿਸਤਾਨ ਦਾ ਕੋਈ ਮੇਲ ਹੈ? ਦੇਖੋ, ਪਹਿਲਾਂ ਆਪਾਂ ਥੋੜਾ ਜਿਹਾ ਮੈਨੂੰ ਲੱਗਦਾ ਸੰਕਲਪਾਂ ਨੂੰ ਬਹੁਤ ਸਾਫ਼ ਕਰ ਲਈਏ। ਦੋ ਅਲੱਗ-ਅਲੱਗ ਵਿਸ਼ੇ ਨੇ। ਇੱਕ ਹੈ ਪੰਜਾਬ ਦੇ ਹੱਕਾਂ ਹਕੂਕਾਂ ਦਾ ਸਵਾਲ। ਜਦੋਂ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਇੱਕ ਐਸਾ ਸੂਬਾ ਹੈ ਜਿੱਥੇ ਇੱਕ ਮਿਨੋਰਟੀ, ਜਿਹੜੀ ਦੇਸ਼ ਪੱਧਰ ਤੇ ਮਿਨੋਰਟੀ ਹੈ, ਦੇਸ਼ ਪੱਧਰ ਤੇ ਘੱਟ ਗਿਣਤੀ ਹੈ ਸਿੱਖ, ਉਹ ਪੰਜਾਬ ਦੇ ਵਿੱਚ ਵਾਸਾ ਕਰਦੇ ਨੇ। ਸੋ ਜਿਹਦੇ ਕਰਕੇ ਇੱਕ ਸੈਂਸਿਟਿਵ ਸਟੇਟ ਹੈ। ਦੂਜੇ ਪਾਸੇ ਸਟੇਟਾਂ ਦਾ ਸੈਂਟਰ ਦੇ ਨਾਲ ਕੀ ਰਿਲੇਸ਼ਨ ਹੋਵੇ, ਇਹ ਕੁਐਸਚਨ ਹਮੇਸ਼ਾ ਹੀ ਹਿੰਦੁਸਤਾਨ ਦੇ ਵਿੱਚ ਬਾਰ-ਬਾਰ ਉੱਭਰਦਾ ਰਿਹਾ ਹੈ। ਇਹ ਹੁਣ ਕਿਉਂ ਉੱਭਰ ਕੇ ਆ ਰਿਹਾ ਹੈ? ਕਿਉਂਕਿ ਮੋਦੀ ਹਕੂਮਤ ਨੇ, ਬੀਜੇਪੀ ਦੀ ਹਕੂਮਤ ਨੇ ਇੱਕ ਐਕਸਟ੍ਰੀਮ ਕਿਸਮ ਦਾ ਕੇਂਦਰਵਾਦ ਜਿਹੜਾ ਹੈਗਾ ਉਹ ਉੱਥੋਂ ਸ਼ੁਰੂ ਕੀਤਾ, ਜਿਹਦਾ ਨਤੀਜਾ ਹੈ ਕਿ ਸਟੇਟਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੱਕ ਡਰ, ਇੱਕ ਇਨਸਿਕਿਉਰਿਟੀ, ਉਹਦੀ ਭਾਵਨਾ ਜਿਹੜੀ ਹੈਗੀ ਉਹ ਮਜ਼ਬੂਤ ਹੋਈ ਹੈ ਪਿਛਲੇ ਸਮੇਂ ਦੇ ਵਿੱਚ। ਉਸ ਇਨਸਿਕਿਉਰਿਟੀ ਦੇ ਵਿੱਚ ਮੈਂ ਸਮਝਦਾ ਵੀ ਜਦੋਂ ਇਹ ਮਾਹੌਲ ਬਣਦਾ, ਪਹਿਲਾਂ ਵੀ ਜਦੋਂ ਸਿੱਖ ਇਨਸਿਕਿਉਰ ਹੁੰਦਾ, ਜਦੋਂ ਪੰਜਾਬ ਦੇ ਲੋਕ ਇਨਸਿਕਿਉਰ ਹੁੰਦੇ ਨੇ, ਉੱਥੇ ਕੋਈ ਨਾ ਕੋਈ ਆ ਕੇ ਉਹਨਾਂ ਦੇ ਵਿੱਚ ਆਪਣਾ ਇੱਕ ਨਵਾਂ ਜਿਹੜਾ ਹੈ ਕਹਿ ਲਓ ਇੱਕ ਮੁੱਦਾ ਉਹ ਖੜਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਮੈਨੂੰ ਲੱਗਦਾ ਹੈ ਖਾਲਿਸਤਾਨ ਅੱਜ ਦੇ ਸਮੇਂ ਦੇ ਵਿੱਚ ਬਿਲਕੁਲ ਇਹੋ ਜਿਹੀ ਇੱਕ ਮੁੱਦਾ ਹੈ ਜਿਹੜਾ ਇਸ ਵੇਲੇ ਜੋ ਲੋਕਾਂ ਦੀਆਂ ਅਸਲ ਭਾਵਨਾਵਾਂ ਨੇ, ਅਸਲ ਡਿਮਾਂਡ ਹੈ, ਸਗੋਂ ਉਸ ਤੋਂ ਇੱਕ ਦੂਜੀ ਦਿਸ਼ਾ ਦੇ ਵਿੱਚ, ਇੱਕ ਕੱਟੜਵਾਦ ਦੀ ਦਿਸ਼ਾ ਦੇ ਵਿੱਚ ਉਸ ਨੂੰ ਜਿਹੜਾ ਹੈ ਉਹ ਭਟਕਾਉਣਾ ਚਾਹੁੰਦਾ ਹੈ। ਮੈਨੂੰ ਇਹ ਲੱਗਦਾ ਕਿ ਖਾਲਿਸਤਾਨ ਨਾਲ ਸਿੱਧਾ ਇਹ ਜਵਾਬ ਦੇਣਾ ਕਿ ਖਾਲਿਸਤਾਨ ਦੇ ਅਸੀਂ ਹੱਕ 'ਚ ਆ ਕੇ ਖਿਲਾਫ ਹੈ, ਉਹਦੀ ਬਜਾਏ ਮੈਨੂੰ ਲੱਗਦਾ ਸੰਜਮ ਦੇ ਨਾਲ, ਸਿੰਸੀਅਰਿਟੀ ਦੇ ਨਾਲ ਇਸ ਵਿਸ਼ੇ ਨੂੰ ਚਰਚਾ ਦੇ ਵਿੱਚ ਇੱਕ ਵਾਰੀ ਲਿਆਉਣਾ ਪਏਗਾ ਕਿ ਖਾਲਿਸਤਾਨ ਦਾ ਕਨਸੈਪਟ ਕੌਣ ਲੈ ਕੇ ਆ ਰਿਹਾ ਹੈ, ਕਿਸ ਮਕਸਦ ਨਾਲ ਲੈ ਕੇ ਆ ਰਿਹਾ ਹੈ, ਜਾਂ ਅਸਲ ਲੋੜਾਂ ਅੱਜ ਦੇ ਸਮੇਂ ਦੇ ਵਿੱਚ ਹੈ ਕੀ ਨੇ। ਮੈਨੂੰ ਇਹ ਸਪਸ਼ਟ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬ ਵਾਂਗੂ ਬਹੁਤ ਸਾਰੀਆਂ ਹੋਰ ਹਿੰਦੁਸਤਾਨ ਦੀਆਂ ਸਟੇਟਾਂ ਉਹ ਬਾਰ-ਬਾਰ ਕੇਂਦਰ ਦੇ ਨਾਲ ਆਪਣੇ ਰਿਲੇਸ਼ਨ ਨਵੇਂ ਸਿਰੇ ਤੋਂ ਤੈਅ ਕਰਨਾ ਚਾਹੁੰਦੀਆਂ ਨੇ। ਇਹ ਫੈਡਰਲ ਢਾਂਚੇ ਦੇ ਵਿੱਚ ਇਹ ਦੁਨੀਆ ਪੱਧਰ ਦੇ ਉੱਤੇ ਇਦਾਂ ਹੀ ਹੁੰਦਾ। ਹਿੰਦੁਸਤਾਨ ਵੀ ਇੱਕ ਫੈਡਰਲ ਢਾਂਚੇ ਦੇ ਤੌਰ ਦੇ ਉੱਤੇ ਤਸਲੀਮ ਕੀਤਾ ਮੁਲਕ ਹੈ। ਅਸੀਂ ਕਹਿੰਦੇ ਅਸੀਂ ਯੂਨੀਅਨ ਆਫ ਸਟੇਟਸ ਹਾਂ, ਅਸੀਂ ਸਟੇਟਾਂ ਦੀ ਇੱਕ ਯੂਨੀਅਨ ਆ। ਸੋ ਯੂਨੀਅਨ ਆਫ ਸਟੇਟ ਜਿਹੜੀ ਹੈ ਉਹ ਯੂਨੀਅਨ ਆਫ ਸਟੇਟ ਹੀ ਰਹਿਣੀ ਚਾਹੀਦੀ ਹੈ। ਜਿਵੇਂ ਯੂਨੀਅਨ ਆਫ ਸਟੇਟ ਨੂੰ ਮਰਜ ਕਰਕੇ ਕੋਈ ਇੱਕ ਦੇਸ਼ ਬਣਾਉਣ ਦੀ ਕੋਸ਼ਿਸ਼ ਕਰੂਗਾ, ਹਿੰਦੁਸਤਾਨ ਦੇ ਲੋਕ, ਸਟੇਟਾਂ ਦੇ ਲੋਕ ਡਰ ਜਾਣਗੇ। ਇਹੋ ਹੀ ਹੋ ਰਿਹਾ ਹੈ ਤੇ ਉਸ ਡਰ ਦਾ ਫਾਇਦਾ ਉਠਾ ਕੇ ਕੁਝ ਤਾਕਤਾਂ ਜਿਹੜੀਆਂ ਨੇ ਉਹ ਹਮੇਸ਼ਾ ਲੋਕਾਂ ਨੂੰ ਕਿਸੇ ਹੋਰ ਪਾਸੇ ਜਿਹੜਾ ਲਿਜਾਣਾ ਚਾਹੁੰਦੀਆਂ ਨੇ। ਮੈਨੂੰ ਇਹ ਲੱਗਦਾ ਵੀ ਖਾਲਿਸਤਾਨ ਦਾ ਏਜੰਡਾ ਅੱਜ ਦੀ ਸਮੇਂ ਦੇ ਵਿੱਚ ਜੇ ਕਿਸੇ ਦਾ ਏਜੰਡਾ ਹੋ ਸਕਦਾ ਹੈ, ਜੇ ਕਿਸੇ ਨੂੰ ਫਾਇਦਾ ਪਹੁੰਚਾ ਸਕਦਾ ਹੈ, ਤਾਂ ਉਹ ਸਿਰਫ ਤੇ ਸਿਰਫ ਕੇਂਦਰ ਦੀ ਸਰਕਾਰ ਨੂੰ, ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਉਹਨਾਂ ਦੇ ਏਜੰਡੇ ਨੂੰ ਹੀ ਪਹੁੰਚਾ ਸਕਦਾ ਹੈ। ਸੋ ਜਿਹੜੀਆਂ ਵੀ ਇਹ ਫੋਰਸਿਸ ਨੇ ਉਹਨਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਜੋ ਵੀ ਕਰ ਰਹੀਆਂ ਨੇ ਉਹਨਾਂ ਦੇ ਦਿਲ 'ਚ ਜੋ ਮਰਜ਼ੀ ਹੋਵੇ, ਪਰ ਉਹਨਾਂ ਦਾ ਕੁੱਲ ਮਿਲਾ ਕੇ ਫਾਇਦਾ ਕੌਣ ਉਠਾਏਗਾ, ਇਸ ਗੱਲ ਨੂੰ ਉਹਨਾਂ ਨੂੰ ਜ਼ਰੂਰ ਕੈਲਕੂਲੇਟ ਕਰ ਲੈਣਾ ਚਾਹੀਦਾ, ਕਿਉਂਕਿ ਰਾਜਨੀਤੀ ਜਿਹੜੀ ਹੈ ਇਹ ਕੈਲਕੂਲੇਸ਼ਨਾਂ ਦੇ ਉੱਤੇ ਚੱਲਦੀ ਹੈ। ਸਾਡੀ ਸਾਹਿਬ, ਮੈਂ ਤੁਹਾਡੇ ਕੋਲ ਆਵਾਂਗਾ। ਜਿਵੇਂ ਕਮਲਜੀਤ ਜੀ ਨੇ ਗੱਲ ਕੀਤੀ ਹੈ ਕਿ ਕੇਂਦਰ ਤੇ ਸਟੇਟ ਦਾ ਟਕਰਾਅ ਹੱਕਾਂ ਦੀ ਗੱਲ ਹੈ, ਤੇ ਕਿਤੇ ਨਾ ਕਿਤੇ ਜਿਹੜੀ ਪਿਛਲੇ ਕਈ ਦਿਨਾਂ ਤੋਂ ਚਰਚਾਵਾਂ 'ਚ ਉਹਨੂੰ ਧਰਮ ਨਾਲ ਵੀ ਜੋੜਿਆ ਜਾ ਰਿਹਾ। ਤੁਸੀਂ ਇਹਨੂੰ ਧਰਮ ਤੇ ਸਿਆਸਤ ਤੋਂ ਕਿਵੇਂ ਵਿਖਰੇਵਾਂ ਕਰਦੇ? ਦੇਖੋ, ਜਿਹੜਾ ਪੰਜਾਬ ਦਾ ਇਲਾਕਾ ਹੈ ਉਹਦੇ ਵਿੱਚ ਧਰਮ ਦਾ ਜਿਹੜਾ ਰੋਲ ਹੈ ਉਹ ਅੱਜ ਦਾ ਨਹੀਂ ਹੈ। ਜਦ ਤੋਂ ਪੰਜਾਬ ਬਣਿਆ ਤਦ ਤੋਂ ਹੈ। ਅਸੀਂ ਇੱਕ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਹੋ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਧਰਮ ਦੀ ਗੱਲ ਨਹੀਂ ਹੋ ਸਕਦੀ ਹੈ। ਮੈਂ ਇੱਥੇ ਇੱਕ ਚੀਜ਼ ਲਿਬਰੇਟ ਸਾਹਿਬ ਐਡ ਕਰਨਾ ਚਾਹਾਂਗਾ ਕਿ ਅਸੀਂ ਇਸ ਨੂੰ ਖਾਲਿਸਤਾਨ ਦਾ ਮੁੱਦਾ ਜ਼ਰੂਰ ਬਣਾ ਰਹੇ ਹਾਂ, ਕੁਝ ਚੰਦ ਲੋਕ ਬਣਾ ਰਹੇ ਨੇ, ਪਰ ਇਹ ਕੋਈ ਹਾਲੇ ਸਾਹਮਣੇ ਕੋਈ ਚੀਜ਼ ਆਈ ਨਹੀਂ ਹੈ ਕਿ ਖਾਲਿਸਤਾਨ ਦਾ ਮੁੱਦਾ ਹੈਗਾ। ਦੇਖੋ, ਜੋ ਉਹਨਾਂ ਨੇ ਆਪਣੀ ਇੱਕ ਸੰਸਥਾ ਬਣਾਈ ਹੈ ਉਹ ਪੰਜਾਬ ਦੇ ਵਾਰਿਸ ਦੇ ਨਾਮ ਤੋਂ ਬਣਾਈ ਹੈ। ਜਿਹੜੀ ਖਾਲਿਸਤਾਨ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਖਾਲਿਸਤਾਨ ਦਾ ਹਾਲੇ ਇੱਕ ਅੰਮ੍ਰਿਤਪਾਲ ਸਿੰਘ ਨਵੇਂ ਨੌਜਵਾਨ ਉਭਰੇ ਨੇ, ਅੱਗੇ ਉਹਨਾਂ ਦਾ ਏਜੰਡਾ ਹਾਲੇ ਪੂਰਾ ਕੋਈ ਕਲੀਅਰ ਨਹੀਂ ਹੈਗਾ ਹੈ। ਬਾਕੀ ਧਰਮ ਦਾ ਰੋਲ ਹਮੇਸ਼ਾ ਹੈਗਾ, ਅੱਗੇ ਵੀ ਰਹੇਗਾ, ਕਿਉਂਕਿ ਸਾਡੀ ਸੰਸਕ੍ਰਿਤੀ ਧਰਮ ਦੇ ਨਾਲ ਹੀ ਚੱਲਦੀ ਹੈਗੀ ਹੈ। ਜਿਵੇਂ ਭਾਈ ਸਾਹਿਬ ਹੋਰਾਂ ਨੇ ਕਿਹਾ ਹੈਗਾ ਕਿ ਇਹ ਹੁਣ ਸੋਚਣ ਦਾ ਵਿਸ਼ਾ ਹੈ, ਲੋਕਾਂ ਨੂੰ ਇਹਦੇ ਉੱਪਰ ਪੂਰਨ ਤੌਰ ਤੇ ਰਾਖੀ ਦੇਣੀ ਪੈਣੀ ਹੈ ਕਿ ਅਸੀਂ ਆਪਣੇ ਹੱਕ ਕਿਸ ਤਰ੍ਹਾਂ ਲੈਣੇ ਹੈ, ਕਿੱਦਾਂ ਲੈਣੇ ਨੇ। ਪੰਜਾਬ ਦੇ ਜੋ ਹਾਲਾਤ ਅੱਜ ਬਣੇ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਇਹਦੇ ਬਾਰੇ ਮੈਂ ਜ਼ਿਆਦਾ ਕੀ ਬੋਲ ਸਕਦਾ, ਪਰ ਮੈਨੂੰ ਨਹੀਂ ਲੱਗਦਾ ਕੋਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਲੈ ਕੇ ਆਪਾਂ ਖਾਲਿਸਤਾਨ ਦੀ ਉੱਪਰ ਕੋਈ ਇੰਨਾ ਹੱਲੇ ਕੁਝ ਕਹਿ ਸਕਦੇ ਹਾਂ। ਮੈਂ ਥੋੜ੍ਹੀ ਜਿਹੀ ਗੱਲ ਐਡ ਕਰਨੀ ਚਾਹਾਂਗਾ। ਖੁੱਲ੍ਹੇ ਤੌਰ 'ਤੇ ਗੱਲ ਇਸੇ ਤਰ੍ਹਾਂ ਹੀ ਚੱਲ ਰਹੀ ਹੈ, ਖਾਲਿਸਤਾਨ ਦੀ ਗੱਲ ਚੱਲ ਰਹੀ ਹੈ ਤੇ ਉੱਤੇ ਚਰਚਾ ਛਿੜ ਗਈ ਹੈ। ਉਹ ਇੱਕ ਜੇ ਉਹ ਗੱਲ ਕਰ ਰਹੇ ਸੀ ਕਿ ਨੌਜਵਾਨਾਂ ਨੂੰ ਇਕੱਠੇ ਕੀਤਾ ਜਾਊਗਾ, ਵਾਰਸ ਜਿਹੜੇ ਹੈਗੇ ਨੇ ਪੰਜਾਬ ਦੇ, ਉਹ ਇੱਕ ਸੰਸਥਾ ਬਣਾਈ ਸੀ ਦੀਪ ਸਿੱਧੂ ਨੇ, ਉਹ ਵਿਚਾਰੇ ਨਹੀਂ ਰਹੇ ਹੁਣ, ਤੇ ਇਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਹੈ ਵੀ ਇੱਕੋ ਦਮ ਇੱਕ ਨੌਜਵਾਨ ਆਉਂਦਾ, ਜਿਵੇਂ ਤੁਸੀਂ ਕਿਹਾ
ਕਿਆ ਮਚਿਓਰ ਹੈ ਹਜੇ ਇੰਨਾ ਕਹਿੰਦੀ 28 ਕੁ ਸਾਲਾਂ ਦੀ ਉਮਰ ਹੈ, ਜਿਹੜਾ ਇਹ ਵਿਸ਼ਾ ਇੰਨਾ ਵੱਡਾ ਛੇੜਤਾ, ਇਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਆ ਰਿਹਾ, ਚਰਚਾ ਦੇ ਘੇਰੇ 'ਚ ਆ ਰਿਹਾ। ਦੇਖੋ ਇਸ ਤਰ੍ਹਾਂ ਹੈ ਕਿ ਜਿਵੇਂ ਮੈਂ ਪਹਿਲਾਂ ਗੱਲ ਕਹੀ ਹੈ, ਇਹ ਹਾਲੇ ਬਹੁਤ ਇੱਕ ਬਰੀਥਿੰਗ ਸਟੇਜ ਹੈਗੀ ਹੈ। ਇਹਦੇ ਵਿੱਚ ਅਸੀਂ ਇੰਨੀ ਜਲਦੀ ਕੋਈ ਕਿਸੇ ਤਰ੍ਹਾਂ ਦਾ ਕੋਈ ਕਨਕਲੂਜਨ ਨਹੀਂ ਲੈ ਸਕਦੇ ਹਾਂ। ਜਿਹੜੀ ਗੱਲ ਉਹਨਾਂ ਨੇ ਕਹੀ ਹੈ, ਅੰਮ੍ਰਿਤਪਾਨ ਉਹਨਾਂ ਨੇ ਕਰ ਲਿਆ ਹੈਗਾ ਪਿਛਲੇ ਹਫਤੇ। ਜੇ ਉਹ ਅੱਜ ਉੱਭਰ ਕੇ ਆਏ ਨੇ ਤੇ ਕੋਈ ਨਾ ਕੋਈ ਸੰਗਤਾਂ ਉਹਦੇ ਨਾਲ ਜੁੜੀਆਂ ਨੇ, ਤਾਂ ਹੀ ਉਹ ਉੱਭਰੇ ਨੇ। ਅੱਜ ਸਾਰਾ ਮੀਡੀਆ ਚੈਨਲ, ਅਖਬਾਰਾਂ ਜੇ ਅੰਮ੍ਰਿਤਪਾਲ ਸਿੰਘ ਨੂੰ ਕਵਰ ਕਰ ਰਹੀਆਂ, ਉਹਦਾ ਕੋਈ ਨਾ ਕੋਈ ਕਾਰਨ ਤਾਂ ਹੈ। ਪਰ ਇਸ ਨੂੰ ਇੱਕੋ ਰੰਗਤ ਦੇਣਾ ਮੈਂ ਹਾਲੇ ਨਹੀਂ ਸਮਝਦਾ ਕੋਈ ਸੋਝੀ ਦੀ ਗੱਲ ਹੈ, ਕਿਉਂਕਿ ਜੋ ਵਿਚਾਰ ਉਹਨਾਂ ਦੇ ਆ ਰਹੇ ਨੇ ਉਹ ਇੱਕ ਪਰਿਵਰਤਨ, ਜੋ ਧਰਮ ਪਰਿਵਰਤਨ ਤੋਂ ਗੱਲ ਸ਼ੁਰੂ ਹੋਈ ਸੀ, ਉਸ ਨੂੰ ਹਾਲੇ ਲਿੱਤਾ ਜਾ ਰਿਹਾ ਹੈ। ਇਹਦੇ ਸਿੱਟੇ ਜਿਹੜੇ ਨੇ ਹਾਲੇ ਸਾਨੂੰ ਇਹਨੂੰ ਗੰਭੀਰਤਾ ਨਾਲ ਸੋਚਣਾ ਤੇ ਵਿਚਾਰਨਾ ਚਾਹੀਦਾ। ਇਹਦੇ ਇੰਨੀ ਜਲਦੀ ਸਾਨੂੰ ਇਹਦੇ ਉੱਪਰ ਵਿਚਾਰ ਨਹੀਂ ਦੇ ਦੇਣਾ ਚਾਹੀਦਾ। ਹਾਂ, ਸਾਨੀ ਸਾਹਿਬ ਨੇ ਕਿਹਾ, ਕਮਲਜੀਤ ਜੀ ਤੁਸੀਂ ਦੱਸੋ ਵੀ ਦੇਖੋ ਉਹ ਸਿੱਧੇ ਤੌਰ ਤੇ ਸਿਮਰਜੀਤ ਸਿੰਘ ਮਾਨ ਦੇ ਸਮਰਥਕ ਨੇ, ਉਹਨਾਂ ਦਾ ਇਲੈਕਸ਼ਨਾਂ ਵਿੱਚ ਵੀ ਉਹਨਾਂ ਨੇ ਸਮਰਥਨ ਕੀਤਾ ਤੇ ਉਹਨਾਂ ਨੇ ਕਈ ਮੀਡੀਆ ਨਾਲ ਗੱਲਬਾਤ ਕਰਦੇ ਗੱਲ ਉਹਦੀ ਹਾਮੀ ਵੀ ਭਰੀ ਹੈ, ਤੇ ਸਿਮਰਜੀਤ ਮਾਨ ਸਿੱਧੇ ਤੌਰ ਤੇ ਖਾਲਿਸਤਾਨ ਦੀ ਮੰਗ ਕਰਦੇ ਆ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸਿਮਰਨਜੀਤ ਮਾਨ ਹੋਣਾ ਦਾ ਮਾਮਲਾ ਜਿਹੜਾ ਹੈਗਾ ਉਹਨੂੰ ਥੋੜ੍ਹਾ ਜਿਹਾ ਮੈਂ ਵੱਖਰਿਆ ਕੇ ਦੇਖਦਾ। ਉਹ ਗੱਲ ਕਰਦੇ ਹੁਣ ਜਿਹੜੀ ਮਰਜ਼ੀ, ਪਰ ਕੁੱਲ ਮਿਲਾ ਕੇ ਸਿਮਰਨਜੀਤ ਮਾਨ ਹੋਣਾ ਨੇ ਲੜੀ ਤੇ ਇਲੈਕਸ਼ਨ ਜਿੱਤੀਆਂ ਤੇ ਇਸੇ ਕੰਟਰੀ ਦੇ ਵਿੱਚ ਇਸੇ ਸੰਵਿਧਾਨ ਦੇ ਉੱਤੇ ਸਹੁੰ ਖਾ ਕੇ ਉਹਨਾਂ ਨੇ ਸ਼ਬਦ ਖਾ ਕੇ ਉੱਥੇ ਆਪਦੀ ਜਿਹੜੀ ਪੋਜੀਸ਼ਨ ਹੈਗੀ ਹੈ ਉਹ ਅਜ਼ਿਊਮ ਕੀਤੀ ਹੈ ਪਾਰਲੀਮੈਂਟ ਦੇ ਵਿੱਚ। ਸੋ ਮੈਂ ਉਹਨੂੰ ਉਸ ਤਰ੍ਹਾਂ ਨਹੀਂ ਲੈਂਦਾ। ਸਿਮਰਨਜੀਤ ਮਾਨ ਹੋਣੀ 28 ਸਾਲ ਦੇ ਨੌਜਵਾਨ ਵੀ ਹੈ ਨਹੀਂ। ਸਿਮਰਨਜੀਤ ਮਾਨ ਹੋਣਾ ਨੇ ਪੂਰੇ ਹੰਡੇ ਹੋਏ ਸਿਆਸਤਦਾਨ ਨੇ, ਲੰਬਾ ਸਮਾਂ ਉਹਨਾਂ ਨੇ ਸਿਆਸਤ ਦਾ ਦੇਖ ਲਿਆ। ਉਹ ਦੌਰ ਵੀ ਸੀ ਜਦੋਂ ਇਹ ਸਿੱਖ ਮੂਵਮੈਂਟ ਜਿਹਨੂੰ ਕਹਿੰਦੇ ਆ, ਜਿਹੜੀ ਇਹ ਖਾਲਿਸਤਾਨ ਵਾਸਤੇ ਇੱਕ ਹਥਿਆਰਬੰਦ ਜੱਦੋ-ਜਹਿਦ ਹੈ, ਉਹ ਆਪਣੇ ਸਿਖਰ 'ਤੇ ਸੀ। ਸਾਰੀ ਦੁਨੀਆ ਜਾਣਦੀ ਹੈ ਉਸ ਵੇਲੇ ਇਹਨਾਂ ਦਾ ਕੀ ਰੋਲ ਸੀ। ਸੋ ਜੇ ਉਹਨਾਂ ਨੇ ਖਾਲਿਸਤਾਨ ਲੈਣ ਵਾਸਤੇ ਕੁੱਦ ਲੈਣਾ ਸੀਗਾ ਤਾਂ ਉਹ ਉਦੋਂ ਹੀ ਹੋ ਲੈਣਾ ਸੀ ਸਾਰਾ ਕੁਛ। ਸੋ ਉਹਨਾਂ ਦਾ ਵਿਸ਼ਾ ਵੱਖਰਾ ਹੈ। ਸਵਾਲ ਉਹ ਹੈ ਜਿਹੜੇ ਸੁਹਿਰਦ ਲੋਕ, ਜਿਹੜੇ ਸੰਜਮੀ ਲੋਕ, ਜਿਹੜੇ ਇਸ ਵੇਲੇ ਸੀਰੀਅਸਲੀ ਕਿਸੇ ਆਪਣੇ ਆਪ ਨੂੰ ਕਿਸੇ ਸੰਕਟ ਦੇ ਵਿੱਚ ਮਹਿਸੂਸ ਕਰ ਰਹੇ ਨੇ। ਸਾਡੇ ਮੂਹਰੇ ਸਵਾਲ, ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣਾ ਜਾਂ ਉਹਨਾਂ ਦੇ ਸਵਾਲਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਵਾਲਾਂ ਦੇ ਜਵਾਬ ਤਲਾਸ਼ ਕਰਨਾ, ਇਹ ਸਾਡਾ ਕੰਮ ਮੈਨੂੰ ਲੱਗਦਾ ਅੱਜ ਦੇ ਸਮੇਂ 'ਚ। ਸੋ ਇਹਦੇ 'ਚੋਂ ਮੈਂ ਜ਼ਰੂਰ ਸਮਝਦਾ ਜਿਹੜਾ ਇੱਕ ਨੌਜਵਾਨੀ ਦਾ ਇੱਕ ਵੱਡਾ ਹਿੱਸਾ, ਜਿਹੜਾ ਮੈਂ ਕਹਾਂਗਾ ਅੰਮ੍ਰਿਤਪਾਲ ਹੁਣੀ ਵੀ ਛੋਟਾ ਵੀਰ ਕਹਿ ਸਕਦਾ ਮੈਂ ਉਸ ਨੂੰ, ਬਹੁਤ ਛੋਟਾ ਸਾਡੇ ਤੋਂ। ਸੋ ਇਹ ਜੇ ਵੀਰ ਸੱਚਮੁੱਚ ਸੁਹਿਰਦ ਨੇ ਨਾ, ਫਿਰ ਉਹਨਾਂ ਨੂੰ ਸਵਾਲਾਂ ਨੂੰ ਚੰਗੀ ਤਰ੍ਹਾਂ ਖੰਗਾਲ ਲੈਣਾ ਚਾਹੀਦਾ ਵੀ ਪੰਜਾਬ ਦੀ ਇਸ ਵੇਲੇ ਸਮੱਸਿਆ ਕੀ ਹੈ, ਪੰਜਾਬ 'ਚ ਖਤਰੇ 'ਚ ਕੌਣ ਹੈ। ਦੇਖੋ, ਉਹ ਬਾਰ-ਬਾਰ ਕਹਿ ਰਹੇ ਨੇ ਕਿ ਸਾਡੇ ਧਰਮ ਦੇ ਉੱਤੇ ਖਤਰਾ ਹੈ, ਸਿੱਖ ਧਰਮ ਦੇ ਉੱਤੇ ਖਤਰਾ ਹੈ। ਅਸੀਂ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਹਾਂ। ਅਸੀਂ ਕਦੇ ਕਿਸੇ ਵਿਦੇਸ਼ 'ਚ ਨਹੀਂ ਗਏ, ਕੋਈ ਕੰਮ ਕਰਨ ਨਹੀਂ ਗਏ, ਇੱਥੇ ਹੀ ਰਹੇ ਹਾਂ। ਇੱਥੇ ਹੀ ਅਸੀਂ ਸਾਰੇ ਖਤਰੇ ਹਟਾਏ ਨੇ, ਸਿੱਖ ਪਰਿਵਾਰਾਂ 'ਚ ਹੀ ਜੰਮੇ ਹਾਂ। ਉਸ ਸੰਸਕ੍ਰਿਤੀ ਨੂੰ, ਉਸ ਸੱਭਿਆਚਾਰ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਬਚਪਨ ਤੋਂ ਉਸੇ 'ਚ ਹੀ ਰਹੇ ਹਾਂ। ਇੱਕ ਗੱਲ ਅਸੀਂ ਸਮਝਦੇ ਹਾਂ ਵੀ ਐਜ਼ ਸਿੱਖ ਕਿਸੇ ਕਿਸਮ ਦਾ ਖਤਰਾ ਘੱਟੋ ਘੱਟ ਮੈਨੂੰ ਨਹੀਂ ਲੱਗਦਾ ਪੰਜਾਬ 'ਚ। ਤੁਸੀਂ ਇੱਕ ਮਤਲਬ ਰਾਏਸ਼ੁਮਾਰੀ ਕਰ ਲਓ ਲੋਕਾਂ ਦੀ, ਉਹ ਦੱਸ ਦੇਣਗੇ ਤੁਹਾਨੂੰ ਕਿ ਐਜ਼ ਅ ਸਿੱਖ ਕਿਸੇ ਦੇ ਰਸਤੇ 'ਚ ਕੋਈ ਰੋਕ ਹੈ ਵੀ ਉਹ ਗੁਰੂ ਘਰ ਜਾ ਕੇ ਆਪਣੇ ਗੁਰੂ ਨੂੰ ਮਤਲਬ ਧਿਆਉਣਾ ਚਾਹੁੰਦਾ ਹੋਵੇ, ਕੋਈ ਪਿਆਰ ਕਰਨਾ ਚਾਹੁੰਦਾ ਹੋਵੇ, ਕੋਈ ਗੁਰਦੁਆਰਾ ਵਿੱਚ ਜਾ ਕੇ ਕੋਈ ਉਹ ਆਪਣੀ ਸੇਵਾ ਸੰਭਾਲ ਕਰਨਾ ਚਾਹੁੰਦਾ ਹੋਵੇ, ਕੋਈ ਉਹਦੇ ਰਸਤੇ 'ਚ ਕੋਈ ਰੋੜਾ ਹੈ? ਸੱਚ ਇਹ ਹੈ ਵੀ ਐਜ਼ ਸੱਚ ਧਰਮ ਦੇ ਉੱਤੇ ਕੋਈ ਸੰਕਟ ਨਹੀਂ ਹੈ। ਸਿੱਖ ਧਰਮ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਨੇ ਔਰ ਬਹੁਤ ਡੂੰਘੀਆਂ ਨੇ। ਹਿੰਦੁਸਤਾਨ ਦੇ ਬ੍ਰਾਹਮਣਵਾਦ ਦੀ ਟੱਕਰ ਦੇ ਉੱਤੇ ਇੱਕ ਮਜ਼ਬੂਤ ਵਿਚਾਰਧਾਰਾ ਦੇ ਤੌਰ ਦੇ ਉੱਤੇ ਖੜਾ ਹੋਇਆ। ਉਹ ਐਡਾ ਕਮਜ਼ੋਰ ਨਹੀਂ ਵੀ ਉਹਨੂੰ ਕੋਈ ਮਤਲਬ 2-4 ਲੋਕ, ਜੇ ਧਰਮ ਦੇ ਵਿੱਚੋਂ 2-4 ਲੋਕ ਹੀ, ਇੱਥੇ ਕਰੋੜਾਂ ਲੋਕ ਜਿਹੜੇ ਨੇ ਉੱਠ ਕੇ ਬਾਹਰ ਚਲੇ ਗਏ ਵਿਦੇਸ਼ਾਂ ਦੇ ਵਿੱਚ, ਉਹ ਉੱਥੇ ਜਾ ਕੇ ਇੱਕ ਮੈਜੋਰਿਟੀ ਕ੍ਰਿਸਚਨ ਏਰੀਆ ਉਹਦੇ ਵਿੱਚ ਜਾ ਕੇ ਵੀ ਆਪਣੇ ਧਰਮ ਨੂੰ ਨਹੀਂ ਛੱਡਦੇ। ਸੋ ਇਹ ਇਸ ਕਿਸਮ ਦਾ ਖਤਰਾ ਅਸਲ ਦੇ ਵਿੱਚ ਮੈਨੂੰ ਲੱਗਦਾ ਇਹਨੂੰ ਫੈਕਚੁਅਲੀ ਜਾਂਚ ਲੈਣਾ ਚਾਹੀਦਾ ਕਿ ਸੱਚਮੁੱਚ ਉਹਨਾਂ ਦੀ ਇਹ ਦਲੀਲ ਜਿਸ ਤੋਂ ਉਹ ਆਪਣਾ ਆਰਗੂਮੈਂਟ ਸ਼ੁਰੂ ਕਰਦੇ ਨੇ ਕਿ ਸਿੱਖ ਧਰਮ ਤੇ ਖਤਰਾ ਹੈ, ਮੈਂ ਸਮਝਦਾ ਇਹ ਆਰਗੂਮੈਂਟ ਇੱਥੋਂ ਇਹਦੀ ਸ਼ੁਰੂਆਤ ਜਿਹੜੀ ਹੈ ਇਹ ਉਹਨਾਂ ਨੂੰ ਦੁਬਾਰਾ ਵਾਚ ਲੈਣੀ ਚਾਹੀਦੀ ਹੈ। ਸੱਚਾਈ ਇਹ ਹੈ, ਸਿੱਖ ਧਰਮ ਤੇ ਖਤਰਾ ਨਹੀਂ। ਖਤਰਾ ਜਿਹੜੀ ਆ ਪੰਜਾਬ ਦੇ ਲੋਕਾਂ ਤੇ ਆ। ਉਹ ਪੰਜਾਬ ਦੇ ਲੋਕਾਂ ਦੇ ਵਿੱਚ ਸਿੱਖ ਵੀ ਸ਼ਾਮਲ ਨੇ, ਉਹਦੇ 'ਚ ਹਿੰਦੂ ਵੀ ਸ਼ਾਮਲ ਨੇ, ਉਹਦੇ 'ਚ ਕ੍ਰਿਸਚਨ ਵੀ ਸ਼ਾਮਲ ਨੇ, ਤੇ ਉਹਦੇ 'ਚ ਜਿਹੜੇ ਨੇ ਮੁਸਲਮਾਨ ਵੀ ਸ਼ਾਮਲ ਨੇ, ਤੇ ਉਹਦੇ 'ਚ ਇੱਕ ਨਿੱਕਾ ਜਿਹਾ ਹਿੱਸਾ ਬੋਧੀ ਵੀ ਹੈਗਾ। ਉੱਥੇ ਇੱਕ ਹਿੱਸਾ ਉਹ ਵੀ ਹੈਗਾ ਜਿਹੜਾ ਆਪਣੇ ਆਪ ਨੂੰ ਕਿਸੇ ਧਰਮ ਦੇ ਨਾਲ ਨਹੀਂ ਜੋੜ ਕੇ ਦੇਖਦਾ। ਸਾਰਿਆਂ ਦੇ ਉੱਤੇ ਖਤਰਾ ਹੈ। ਤੇ ਉਹ ਖਤਰਾ ਕਿਸ ਚੀਜ਼ ਦਾ ਹੈ? ਉਹ ਖਤਰਾ ਸਾਡੇ ਹਿੰਦੁਸਤਾਨ 'ਚ ਚੱਲ ਰਹੇ ਰਾਜ ਦੇ ਵਿੱਚ ਜਿਹੜੀ ਨੀਤੀ ਚੱਲ ਰਹੀ ਹੈ, ਉਸ ਨੀਤੀ ਦਾ ਖਤਰਾ ਹੈ। ਉਹ ਨੀਤੀ ਕੋਈ ਐ ਨਹੀਂ ਹੈਗੀ ਵੀ ਉਹਨੇ ਫੜ ਕੇ ਇੱਕ ਧਰਮ ਨੂੰ ਖਤਮ ਕਰਨਾ ਹੈ। ਉਹ ਨੀਤੀ ਸਾਰਿਆਂ ਨੂੰ ਖਤਮ ਕਰਨ ਦੀ ਨੀਤੀ ਹੈ। ਉਹ ਨੀਤੀ ਮੁਲਕ ਦੇ ਜਿਹੜੇ ਢਾਂਚਾ ਹੈ ਮੁਲਕ ਦਾ, ਉਹਨੂੰ ਅਬਾਨੀਆਂ ਅਡਾਨੀਆਂ ਦੇ ਕਬਜ਼ੇ ਦੇ ਵਿੱਚ ਕਰ ਦੇਣ ਦੀ ਨੀਤੀ ਹੈ। ਸੋ ਇਸ ਨੀਤੀ ਤੋਂ ਅਸਲ ਦੇ ਵਿੱਚ ਖਤਰਾ ਹੈ ਔਰ ਉਸ ਹਿੰਦੁਸਤਾਨ ਦੇ ਹਰ ਵਿਅਕਤੀ ਨੂੰ ਹੈ ਅੱਜ। ਸੋ ਇਸ ਦੌਰ ਦੇ ਵਿੱਚ ਉਸ ਖਤਰੇ ਤੋਂ ਲੋਕਾਂ ਦਾ ਧਿਆਨ ਹਟਕਾ ਕੇ ਇੱਕ ਐਸਾ ਖਤਰਾ ਦਿਖਾ ਦੇਣਾ ਜਿਹੜਾ ਖਤਰਾ ਵਾਕਈ ਹੈ ਹੀ ਨਹੀਂ। ਸੋ ਐਸੇ ਖਤਰੇ ਨੂੰ ਦਿਖਾ ਦੇਣਾ ਮੈਨੂੰ ਲੱਗਦਾ ਇਹ ਠੀਕ
ਮਤਲਬ ਪਹੁੰਚ ਨਹੀਂ ਹੈ, ਇਹ ਸਵਾਲ ਦੇ ਉੱਤੇ ਠੀਕ ਪਹੁੰਚ ਨਹੀਂ ਹੈ। ਇਸ ਕਰਕੇ ਮੈਂ ਸਮਝਾਂਗਾ ਜਿੰਨੇ ਵੀ ਵੀਰ ਉਹਨਾਂ ਦੇ ਨਾਲ ਜੁੜ ਵੀ ਰਹੇ ਨੇ, ਉਹ ਚੰਗੀ ਗੱਲ ਹੈ। ਆਪਣਾ ਘਰ-ਬਾਰ ਛੱਡ ਕੇ, ਆਪਣੇ ਜਿਹੜੀਆਂ ਨੌਕਰੀਆਂ ਨੇ, ਹੋਰ ਚੀਜ਼ਾਂ ਛੱਡ ਕੇ ਜੇ ਕੋਈ ਪੰਜਾਬ ਦੇ ਬਾਰੇ ਸੋਚਣ ਲੱਗਿਆ ਹੈ, ਪਰ ਉਹ ਸੋਚੇ ਤੇ ਸਹੀ ਸਵਾਲਾਂ ਤੇ ਨਾ, ਜਿਨ੍ਹਾਂ ਸਵਾਲਾਂ ਨਾਲ ਅਸੀਂ ਜੂਝ ਰਹੇ ਹਾਂ। ਮੈਂ ਉਹਨਾਂ ਨੂੰ ਇੰਨਾ ਹੀ ਯਾਦ ਕਰਾਵਾਂਗਾ, ਐਡਾ ਵੱਡਾ ਸਿੱਖ ਸੰਘਰਸ਼ ਚੱਲਿਆ ਪੰਜਾਬ ਦਾ, ਉਹਦੇ ਵਿੱਚ ਇੱਕ ਮਤਾ ਬੜਾ ਕੇਂਦਰੀ ਮਤਾ ਰਿਹਾ, ਜਿਹਨੂੰ ਮਤਾ ਆਨੰਦਪੁਰ ਸਾਹਿਬ ਦਾ ਕਹਿੰਦੇ ਨੇ, ਜਿਸ ਤੋਂ ਬਾਅਦ ਅਕਾਲੀ ਦਲ ਨੇ ਆਪਣੀ ਓਪਨ ਇਜਲਾਸ ਜਿਹੜਾ ਉੱਥੇ ਲੁਧਿਆਣੇ ਕੀਤਾ, ਉਹਦੇ ਵਿੱਚ ਉਸ ਮੀਟਿੰਗ ਉਹਨੂੰ ਅਡਾਪਟ ਕੀਤਾ, ਤੇ ਉਸ ਤੋਂ ਬਾਅਦ ਇੱਕ ਪੂਰੀ ਲੰਬੀ ਮੁਹਿੰਮ ਇੱਥੇ ਚੱਲਦੀ ਹੈ। ਉਸ ਮਤੇ ਨੂੰ ਜੇ ਤੁਸੀਂ ਧਿਆਨ ਨਾਲ ਪੜ੍ਹੋ, ਉਹਦੇ ਵਿੱਚ ਇੱਕ ਸਵਾਲ ਹੈ ਕਿ ਇੱਕ ਐਸਾ ਪੰਜਾਬ ਰਾਜ ਹੋਵੇ ਜਿੱਥੇ ਸਿੱਖ ਆਪਣੀ ਆਜ਼ਾਦੀ ਦੇ ਨਾਲ, ਆਪਣੀ ਖੁਸ਼ਹਾਲੀ ਦੇ ਨਾਲ ਆਪਣੇ ਧਰਮ ਦਾ ਪਾਲਣ ਕਰ ਸਕਣ। ਬਿਲਕੁਲ ਠੀਕ ਹੈ, ਇਸ ਮੰਗ ਦੇ ਉੱਤੇ ਇੱਕਦਮ 100% ਸਾਰਿਆਂ ਦੀ ਸਹਿਮਤੀ ਹੋਣੀ ਚਾਹੀਦੀ ਹੈ, ਕਿਸੇ ਦੀ ਨਹੀਂ ਇਹਦਾ ਵਿਰੋਧ। ਲੇਕਿਨ ਉਸ ਤੋਂ ਇਲਾਵਾ ਉਸ ਦੌਰ ਦੇ ਵਿੱਚ ਹੋਰ ਵੀ ਸਵਾਲ ਸੀ, ਜਿਵੇਂ ਕਿ ਸੂਬੇ ਦਾ ਕੇਂਦਰ ਦੇ ਨਾਲ ਰਿਲੇਸ਼ਨ ਕੀ ਹੋਵੇ। ਉਹਦੇ 'ਚ ਸੀ ਕਿ ਹਿੰਦੁਸਤਾਨ ਸੱਚੀ ਮੁੱਚੀ ਇੱਕ ਫੈਡਰਲ ਸਟਰਕਚਰ ਬਣੇ। ਇੱਥੋਂ ਤੱਕ ਤੁਸੀਂ ਦੇਖੋਗੇ, ਜੇ ਤੁਸੀਂ ਉਹ ਮਤੇ ਦੀ ਵਾਰਤਕ ਪੜ੍ਹੋ, ਉਸਦੀ ਜਿਹੜੀ ਵਾਰਤਾ ਹੈ, ਮਤੇ ਦੀ ਉਹ ਲਾਈਨ ਹੈ, ਉਹ ਪੜ੍ਹੋ, ਉਹਦੇ ਵਿੱਚ ਤੁਸੀਂ ਇਹ ਦੇਖਦੇ ਹੋ ਵੀ ਜੈ ਪ੍ਰਕਾਸ਼ ਨਾਰਾਇਣ ਦਾ ਜ਼ਿਕਰ ਹੈ। ਉਹਦੇ ਵਿੱਚ ਇੱਥੋਂ ਤੱਕ ਜ਼ਿਕਰ ਹੈ ਵੀ ਅਕਾਲੀ ਦਲ ਤੇ ਹੋਰ ਜਿਹੜੇ ਮਤਲਬ ਪੰਜਾਬ ਦੀਆਂ ਸੰਗਤਾਂ ਨੇ, ਉਹਨਾਂ ਨੇ ਜਿਹੜਾ ਇਹ ਸਵਾਲ ਉਠਾਇਆ ਫੈਡਰਲ ਢਾਂਚੇ ਦਾ, ਇਸ ਢਾਂਚੇ ਦੇ ਨਾਲ ਉਹਨਾਂ ਤੋਂ ਬਿਨਾਂ ਬਾਕੀ ਦੀਆਂ ਪਾਰਟੀਆਂ ਵੀ ਸਹਿਮਤ ਨੇ, ਉਹਨਾਂ ਨੇ ਸਵਾਗਤ ਕੀਤਾ ਇਸ ਦਾ। ਉਹਦੇ 'ਚ ਬਕਾਇਦਾ ਨਾਮ ਹੈ ਕਮਿਊਨਿਸਟ ਪਾਰਟੀ ਦਾ ਉਸ ਵੇਲੇ ਦੀ ਦਾ। ਸੋ ਜਦੋਂ ਇਸ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਦੇ ਹਾਂ, ਫਿਰ ਸਾਨੂੰ ਪੰਜਾਬ ਦੇ ਵਿੱਚ ਸਮਝ ਆਉਂਦਾ ਵੀ ਪੰਜਾਬ ਦੇ ਵਿੱਚ ਜਿਹੜੀ ਲੜਾਈ, ਚਾਹੇ ਉਹ ਸੂਬੇ ਦੇ ਅਧਿਕਾਰਾਂ ਦੀ ਸਵਾਲ ਤੇ ਸੀ, ਚਾਹੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਅਧਿਕਾਰਾਂ ਦਾ, ਚਾਹੇ ਪਾਣੀਆਂ ਦਾ ਸਵਾਲ ਹੈ, ਚਾਹੇ ਚੰਡੀਗੜ੍ਹ ਦੇ ਮਤਲਬ ਜਿਹੜੀ ਰਾਜਧਾਨੀ ਦਾ ਪੰਜਾਬ ਨੂੰ ਮਿਲਣ ਦਾ ਸਵਾਲ ਹੈ, ਚਾਹੇ ਉਹ ਪੰਜਾਬੀ ਬੋਲਦੇ ਜਿਹੜੇ ਦੂਜੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ ਉਹਨਾਂ ਦੀ ਮੁੜ ਵੰਡ ਦਾ ਸਵਾਲ ਹੈ, ਸਾਰੇ ਸਵਾਲ ਇਹ ਸਾਰੇ ਉਸ ਦੇ ਵਿੱਚ ਸ਼ਾਮਲ ਨੇ। ਮੈਂ ਇਹ ਸਮਝਦਾ ਵੀ ਇਹ ਕਾਰਨ ਕੀ ਹੈ, ਇਹ ਨਵੀਂ ਲੜਾਈ ਸ਼ੁਰੂ ਕਰਨ ਜਾ ਰਹੇ ਹਾਂ ਸਿੱਖ ਕੌਮ ਦੀ, ਲੇਕਿਨ ਉਸ ਮਤੇ ਦਾ ਜ਼ਿਕਰ ਵੀ ਨਹੀਂ ਆਇਆ ਹਲੇ ਤੱਕ। ਹਾਂ, ਯਾਨੀ ਕਹਿਣ ਦਾ ਮਤਲਬ ਇਤਿਹਾਸ ਕਿਤੇ ਇਹਨਾਂ ਤੋਂ ਹੀ ਸ਼ੁਰੂ ਹੋ ਰਿਹਾ ਹੈ। ਇਹ ਮੈਨੂੰ ਲੱਗਦਾ ਡਾਊਟਫੁਲ ਗੱਲ ਹੈ। ਹਾਂ, ਸਾਡੀ ਸਾਹਿਬ ਮੇਰਾ ਸਵਾਲ ਵੀ ਨਾਲ ਲੈ ਲਓ। ਹੁਣ ਉਹਨਾਂ ਦੀ ਗੱਲ ਤੋਂ ਨਿਕਲ ਰਿਹਾ ਵੀ ਜਿਹੜੇ ਪੰਜਾਬ ਦੇ ਮਸਲੇ ਹੋਰ ਨੇ, ਪੰਜਾਬ ਦੇ ਮੁੱਦੇ ਹੋਰ ਨੇ, ਜਿਹੜੇ ਉਠਾਉਣ ਵਾਲੇ ਨੇ, ਜਿਹੜੇ ਪੂਰੇ ਪੰਜਾਬੀਅਤ ਨਾਲ ਜੁੜੇ ਹੋਏ ਆ, ਪੰਜਾਬੀਆਂ ਨਾਲ ਜੁੜੇ ਹੋਏ ਆ, ਉਹ ਕਿਸੇ ਖਾਸ ਧਰਮ ਦੀ, ਸਾਰੇ ਧਰਮਾਂ ਦੇ ਲੋਕਾਂ ਨਾਲ ਜੁੜੇ ਹੋਏ ਆ ਤੇ ਉਹਨੂੰ ਰਿਪਰੈਜ਼ੈਂਟ ਕਰਦੇ। ਪਰ ਜਿਹੜੀ ਗੱਲ ਹੈ, ਜਿਹੜੀ ਚਿੰਤਾ ਪੈਦਾ ਹੋ ਰਹੀ ਹੈ, ਜਿਵੇਂ ਉਹਨਾਂ ਦੇ ਬਿਆਨ ਨੇ ਅੰਮ੍ਰਿਤਪਾਲ ਦੇ, ਜਾਂ ਪਿਛਲੀਆਂ ਗੱਲਾਂ ਨੂੰ ਜੋੜ ਕੇ ਦੇਖੀ, ਉਹ ਬਿਆਨ ਕਿਤੇ ਨਾ ਕਿਤੇ ਜਿਵੇਂ ਮਾੜੇ ਦੌਰ ਦੇ ਵਿੱਚ ਇੱਕ ਨੌਜਵਾਨ ਪੀੜ੍ਹੀ ਇੱਕ ਹੋਰ ਪਾਸੇ ਬਹਿ ਗਈ ਸੀ, ਉਹਦਾ ਚਿੰਤਾ ਆ ਰਹੀ ਹੈ, ਉਹਦੇ ਕਰਕੇ ਥੋੜੀ ਚਰਚਾ ਜ਼ਿਆਦਾ ਆ ਰਹੀ ਹੈ। ਦੇਖੋ, ਇਸ ਤਰ੍ਹਾਂ ਹੈਗਾ, ਜੋ ਪਹਿਲਾਂ ਸਮਾਂ ਆਇਆ ਸੀ, ਮੈਨੂੰ ਨਹੀਂ ਲੱਗਦਾ ਉਹ ਸਮਾਂ ਹੁਣ ਆਏਗਾ। ਉਹਦਾ ਮੁੱਖ ਕਾਰਨ ਸਭ ਤੋਂ ਵੱਡਾ ਹੈ ਕਿ ਅੱਜ ਦਾ ਜਿਹੜਾ ਜ਼ਮਾਨਾ ਹੈ, ਉਹ ਬਹੁਤ ਅੱਜ ਕੱਲ੍ਹ ਦੇ ਨੌਜਵਾਨ ਬੱਚੇ ਬਹੁਤ ਅਵੇਅਰ ਹੈਗੇ ਨੇ, ਮੀਡੀਆ ਬਹੁਤ ਸਟਰੋਂਗ ਹੈਗਾ। ਦੇਖੋ, ਪਹਿਲਾਂ ਜਿਹੜੀਆਂ ਚੀਜ਼ਾਂ ਅਸੀਂ ਟੀਵੀ ਤੇ ਦੇਖਦੇ ਸੀ, ਅੱਜ ਅਸੀਂ ਫੋਨਾਂ ਤੇ ਦੇਖਦੇ ਹਾਂ। ਜਿਹੜਾ ਬੱਚਾ 10ਵੀਂ ਪੜ੍ਹਦਾ ਸੀ, ਅੱਜ ਉਹ ਬੱਚਾ MA MCOM ਕਰਦਾ ਹੈ। ਉਹਦਾ ਜਿਹੜਾ ਰੋਜ਼ਗਾਰ ਹੈ ਉਹ ਵੱਡੀਆਂ ਵੱਡੀਆਂ ਕੰਪਨੀਆਂ 'ਚ ਹੈ। ਉਹ ਸਾਰੀ ਚੀਜ਼ਾਂ ਦਾ ਕੁੱਲ ਮਿਲਾ ਕੇ ਉਹ ਹਾਲਾਤ ਨਹੀਂ ਬਣਦੇ ਨੇ। ਜਿਹੜੀ ਭਾਈ ਸਾਹਿਬ ਹੋਰਾਂ ਨੇ ਗੱਲ ਕਹੀ ਹੈ ਖਤਰੇ ਦੀ, ਦੇਖੋ ਖਤਰਾ ਮੈਂ ਤੁਹਾਨੂੰ ਦੱਸਦਾ, ਤੁਸੀਂ ਕਿਸੇ ਨੂੰ ਗੁਰਦੁਆਰੇ ਜਾਣ ਦੀ, ਆਪਣੀ ਪਾਠ ਪੂਜਾ ਕਰਨ ਦੀ ਖਤਰਾ ਨਹੀਂ ਹੈਗਾ। ਖਤਰਾ ਇਹ ਹੈ ਕਿ ਤੁਸੀਂ ਇੱਕ ਸੈਂਸਸ ਕੱਢ ਲਓ, ਜੋ ਧਰਮ ਪਰਿਵਰਤਨ ਦੀ ਗੱਲ ਉਹ ਕਰ ਰਹੇ ਨੇ, ਉਹ ਵਾਕਈ ਹੈ ਪੰਜਾਬ ਦੇ ਵਿੱਚ। ਜਿੰਨੇ ਗਿਰਜੇ ਘਰ ਪਿਛਲੇ 5 ਸਾਲਾਂ 'ਚ ਪੰਜਾਬ ਵਿੱਚ ਬਣੇ ਨੇ, ਮੇਰੇ ਖਿਆਲ ਅੱਜ ਤੋਂ 50 ਸਾਲ 'ਚ ਨਹੀਂ ਬਣੇ ਨੇ। ਤੁਸੀਂ ਇਹ ਸੈਂਸਸ ਕੱਢੋ, ਜਿਹੜੀ ਉਹ ਗੱਲ ਕਹਿ ਰਹੇ ਨੇ ਉਹ ਕੁਝ ਹੱਦ ਤੱਕ ਬਿਲਕੁਲ ਠੀਕ ਹੈ। ਔਰ ਉਹਦੇ ਵਿੱਚ ਦੇਖੋ, ਮੈਂ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਹਿਣੇ 'ਚ, ਉਹਦੇ 'ਚ ਫੇਲੀਅਰ ਸਾਡੀਆਂ ਆਪਣੀਆਂ ਸੰਸਥਾਵਾਂ ਦਾ ਕਿ ਉਹਨਾਂ ਨੇ ਇੱਕ ਪਲੇਟਫਾਰਮ ਛੱਡਤਾ। ਐਕਚੁਅਲ ਹੁਣ ਪ੍ਰੋਬਲਮ ਕੀ ਹੈ ਸਿੱਖ ਕੌਮ ਦੇ ਨਾਲ, ਜੋ ਸਭ ਤੋਂ ਵੱਡੀ ਪ੍ਰੋਬਲਮ ਅੱਜ ਦੀ ਡੇਟ ਵਿੱਚ ਇੱਕ ਸਿੱਖ ਕੌਮ ਜਿਹੜੀ ਹੈਗੀ ਹੈ ਉਹ ਮਹਿਸੂਸ ਕਰ ਰਹੀ ਹੈ, ਉਹ ਹੈ ਲੀਡਰਲੈਸ। ਅਸੀਂ ਇੱਕ ਲੀਡਰਲੈਸ ਕੌਮ ਬਣ ਚੁੱਕੇ ਹਾਂ। ਸਾਡੇ ਕੋਲ ਉਸ ਲੈਵਲ ਦਾ ਲੀਡਰ ਹੀ ਨਹੀਂ ਹੈ ਜੋ ਸੰਤ ਫਤਿਹ ਸਿੰਘ ਸਨ, ਮਾਸਟਰ ਤਾਰਾ ਸਿੰਘ ਸਨ। ਸਾਨੂੰ ਐਕਚੁਅਲ ਵਿੱਚ ਹੁਣ ਉਸ ਲੀਡਰਲੈਸ ਕੌਮ ਨੂੰ ਇੱਕ ਤਰ੍ਹਾਂ ਨਾਲ ਗੁਮਾਇਆ ਕਾਇਆ ਜਾ ਰਿਹਾ ਹੈ। ਜੋ ਆਉਂਦਾ ਆਪਣੀ ਡਫਲੀ ਵਜਾਉਂਦਾ ਹੈ, ਪਰ ਜਿਹੜੀ ਖਾਲਿਸਤਾਨ ਦੀ ਜਿਹੜੀ ਉਹ ਆਪਾਂ ਬਾਰ-ਬਾਰ ਕਹਿੰਦੇ ਆ, ਉਹ ਮੈਨੂੰ ਨਹੀਂ ਲੱਗਦਾ ਉਹ ਰੋਹ ਕਦੀ ਆਏਗਾ ਹੁਣ, ਕਿਉਂਕਿ ਬਹੁਤ ਫਰਕ ਹੈ, ਵਕਤ ਦਾ ਫਰਕ ਹੈ, ਲੋਕਾਂ ਦੀ ਅਵੇਅਰਨੈਸ ਦਾ ਫਰਕ ਹੈ। ਬਾਕੀ ਖਤਰਾ ਜਿਹੜਾ ਹੈਗਾ, ਉਹ ਖਤਰਾ ਸਿਰਫ ਇੱਕੋ ਹੈਗਾ ਹੈ, ਜਿਹੜੀਆਂ ਉਹਨਾਂ ਦਾ ਟਾਰਗੇਟ ਹੈ। ਦੇਖੋ, ਉਹਨਾਂ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਮੈਂ 2 ਦਿਨ ਪਹਿਲਾਂ ਸੁਣੀ ਹੈ, ਜਿਹੜਾ ਟਾਰਗੇਟ ਹੈ, ਦੇਖੋ ਉਹਨਾਂ ਨੇ ਕਿਸੇ ਅਮੀਰ ਘਰ ਦੇ ਸਿੱਖ ਨੂੰ ਥੋੜ੍ਹਾ ਕਨਵਰਟ ਕੀਤਾ ਹੈ। ਜਿਹੜਾ ਲੋ ਲੈਂਗ, ਜਿਹਨੂੰ ਅਸੀਂ ਸਿੱਖ ਧਰਮ ਦੇ ਵਿੱਚ ਪਹਿਲੀ ਗੱਲ ਹੈ ਕੋਈ ਜਾਤ ਪਾਤ ਨਹੀਂ ਹੈ, ਨਾ ਕੋਈ SC ਹੈ, ਨਾ ਕੋਈ BC ਹੈ, ਨਾ ਕੋਈ ਹੋਰ ਹੈ। ਬਟ ਜੋ ਉੱਥੇ ਉਹ ਕੈਂਪ ਲਾ ਰਹੇ ਨੇ, ਹੋਰ ਚੀਜ਼ਾਂ ਕਰ ਰਹੇ ਨੇ, ਉਹਦੇ 'ਚ ਓਪਨਲੀ ਕਿਹਾ ਜਾਂਦਾ ਹੈ ਕਿ ਪਛੜੇ ਸਿੱਖ, ਗਰੀਬ ਸਿੱਖ। ਸਿੱਖ ਤਾਂ ਕਦੀ ਮੈਂ ਮੰਨਦਾ ਹੀ ਨਹੀਂ ਗਰੀਬ ਹੁੰਦਾ, ਜਿਹਦੇ ਘਰ ਗੁਰੂ ਨਾਨਕ ਹੈ ਉਹ ਕਦੀ ਗਰੀਬ ਨਹੀਂ ਹੁੰਦਾ। ਸੋ ਇਹਨਾਂ ਤੁੱਕਾਂ ਨੂੰ ਵਰਤ ਕੇ ਇਹ ਚੀਜ਼ ਨੂੰ ਗੁੰਮਰਾਹ ਕੀਤਾ ਵੀ ਜਾ ਰਿਹਾ ਹੈ। ਇਹ ਅਸੀਂ ਨਹੀਂ ਕਹਿ ਸਕਦੇ ਕਿ ਨਹੀਂ ਕੀਤਾ ਜਾ ਰਿਹਾ, ਬਟ ਜੋ ਉਹ ਕੋਸ਼ਿਸ਼ ਕਰ ਰਹੇ ਨੇ, ਮੈਂ ਇਹਨਾਂ ਦੀ ਗੱਲ ਤੋਂ ਸਹਿਮਤ ਹਾਂ।
ਸਿੱਖ ਇੱਕ ਜਿਹੜੀ ਕੌਮ ਹੈਗੀ ਹੈ ਉਹ ਜੁਝਾਰੂ ਕੌਮ ਹੈ। ਉਹਨੇ ਇਕੱਲੇ ਆਪਣੇ ਵਾਸਤੇ ਨਹੀਂ ਕੀਤਾ, ਉਹਨੇ ਦੁਨੀਆ ਵਾਸਤੇ ਕੀਤਾ। ਸਾਡੇ ਗੁਰੂਆਂ ਨੇ ਦੂਸਰੇ ਧਰਮਾਂ ਵਾਸਤੇ। ਸਾਨੀ ਸਾਹਿਬ ਇੱਕ ਗੱਲ ਥੋੜਾ ਇੱਕ ਸਵਾਲ ਹੋਰ ਲੈ ਲਓ, ਬਾਕੀ ਕਮਲਜੀਤ ਕੋਲ ਜਾਵਾਂਗੇ ਆਪਾਂ। ਜਿਵੇਂ ਤੁਸੀਂ ਕਿਹਾ ਵੀ ਇਹ ਪਛੜੇ ਸਿੱਖ ਗਰੀਬ ਸਿੱਖਾਂ ਨੂੰ ਉਹ ਟਾਰਗੇਟ ਕਰ ਰਹੇ ਨੇ, ਪਰ ਜੇ ਆਪਾਂ ਗੱਲ ਕਰੀਏ ਡੇਰਾਬਾਦ ਵੀ ਮੈਨੂੰ ਲੱਗਦਾ ਵੀ ਇਸੇ ਕਮੀ ਤੋਂ ਪੈਦਾ ਹੋਇਆ। ਜਿਵੇਂ ਤੁਸੀਂ ਕਿਹਾ ਵੀ ਲੀਡਰਸ਼ਿਪ ਦੀ ਕਮੀ ਹੈ, ਜਾਂ SGPC ਦੇ ਜਿਹੜੀ ਨੁਮਾਇੰਦਗੀ ਸੀ ਸਿੱਖਾਂ ਦੀ ਉਹਦੀ ਕਮੀ ਹੈ। ਕਿਤੇ ਨਾ ਕਿਤੇ SGPC ਜੋ ਵੱਡੀ ਸੰਸਥਾ ਸਿਰਮੌਰ ਸੰਸਥਾ ਹੈ ਤੇ ਹੋਰ ਸੰਸਥਾਵਾਂ ਵੀ ਨੇ, ਕਿਤੇ ਉਹਨਾਂ ਦਾ ਇਹ ਫੇਲੀਅਰ ਨਹੀਂ, ਜਾਂ ਉਹ ਕਿਤੇ ਨਜ਼ਰਅੰਦਾਜ਼ ਤਾਂ ਨਹੀਂ ਕਰ ਰਹੇ ਸੀ? 100% ਫੇਲੀਅਰ ਹੈ, ਕਿਉਂਕਿ ਦੇਖੋ SGPC ਇੱਕ ਜ਼ਮਾਨਾ ਸੀ ਜਦ SGPC ਅਕਾਲੀ ਦਲ ਨੂੰ ਚਲਾਉਂਦੀ ਸੀ, ਅੱਜ ਅਕਾਲੀ ਦਲ SGPC ਨੂੰ ਚਲਾ ਰਿਹਾ। ਬਹੁਤ ਵੱਡਾ ਫਰਕ ਹੈ। ਚਲੋ ਕਮਲਜੀਤ ਜੀ, ਹੁਣ ਤਾਂ ਮੈਨੂੰ ਲੱਗਦਾ ਤੁਹਾਡੇ ਕੋਲੇ ਆਉਣਾ ਹੀ ਪੈਣਾ। ਸਿੰਘ ਸਾਹਿਬ ਕਹਿ ਰਹੇ ਨੇ ਕਿ ਹੁਣ ਤੁਹਾਡਾ ਮੈਂ ਸਵਾਲ ਵੀ ਲਵਾਂਗਾ, ਉਸ ਤੋਂ ਪਹਿਲਾਂ ਮੈਨੂੰ ਇੱਕ ਬੇਨਤੀ ਕਰ ਲੈਣ ਦਿਓ। ਮੈਂ ਇਹ ਕਹਿ ਰਿਹਾ ਵੀ ਦੇਖੋ, ਆਪਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਬਹਿਸ ਦਾ ਨਖੇੜਾ ਕਰ ਲੈਣਾ ਚਾਹੀਦਾ ਹੈ। ਬਹਿਸ ਅਸੀਂ ਕਿਹੜੇ ਨੁਕਤਿਆਂ ਦੇ ਉੱਤੇ ਹੈ, ਕਿਉਂਕਿ ਇਹ ਪੰਜਾਬ ਵਾਸਤੇ ਹੁਣ ਦੇਖੋ ਇੱਕ ਸੈਂਸਿਟਿਵ ਟਰਨਿੰਗ ਪੁਆਇੰਟ ਹੈ। ਇਹ ਬਿਲਕੁਲ ਠੀਕ ਹੈ, ਮੈਂ ਭਾਜੀ ਦੀ ਗੱਲ ਤੋਂ ਸਹਿਮਤ ਹਾਂ ਵੀ ਅੱਜ ਨੌਜਵਾਨ ਪੀੜ੍ਹੀ ਬਹੁਤ ਐਡਵਾਂਸ ਹੋਈ ਹੈ ਪਹਿਲਾਂ ਨਾਲੋਂ। ਐਸਾ ਨਹੀਂ ਹੈ ਵੀ ਉਹ ਉਂਝ ਹੀ ਕਿਸੇ ਦੇ ਮਤਲਬ ਮਗਰ ਲੱਗ ਜਾਊਗੀ, ਵੀ ਐਵੇਂ ਛੋਟੀ ਮੋਟੀ ਗੱਲ ਸੁਣ ਕੇ ਮਗਰ ਲੱਗ ਜਾਣਗੇ। ਬਿਲਕੁਲ, ਲੇਕਿਨ ਮੈਨੂੰ ਦੂਜੀ ਗੱਲ ਲੱਗਦੀ ਹੈ ਵੀ ਆਪਾਂ ਇੰਨੇ ਅਵੇਸਲੇ ਵੀ ਨਾ ਹੋਈਏ, ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਅਸੀਂ 1978 ਦੀਆਂ ਖਬਰਾਂ ਪੜ੍ਹਦੇ ਹਾਂ ਤਾਂ ਬਹੁਤ ਛੋਟੀਆਂ ਘਟਨਾਵਾਂ ਤੋਂ ਚੀਜ਼ਾਂ ਸ਼ੁਰੂ ਹੋਈਆਂ ਸੀ। ਉਹ ਛੋਟੀਆਂ ਘਟਨਾਵਾਂ ਉਸ ਤੋਂ ਬਾਅਦ ਕਿੱਡੀ ਦੂਰ ਤੱਕ ਪਰਛਾਵੇਂ ਪਾ ਗਈਆਂ। ਸੋ ਇਸ ਕਰਕੇ ਮੈਨੂੰ ਲੱਗਦਾ ਸਾਨੂੰ ਅਵੇਅਰ ਰਹਿਣਾ ਚਾਹੀਦਾ। ਦੂਜੀ ਮੈਨੂੰ ਇਸ ਦੇ ਵਿੱਚ ਇੱਕ ਗੱਲ ਲੱਗਦੀ ਹੈ ਕਿ ਗੱਲ ਸਿਰਫ ਇਹ ਨਹੀਂ ਵੀ ਮੰਨ ਲਓ ਜੇ ਅੱਜ ਚਾਹੇ ਇਹਨਾਂ ਵੀਰਾਂ ਨੇ ਆਪ ਦਾ ਸਵਾਲ ਲਿਆਂਦਾ ਸਾਹਮਣੇ, ਉਹਦੇ ਬਹਾਨੇ ਜੇ ਪੰਜਾਬ ਦੁਬਾਰਾ ਇਸ ਚਰਚਾ ਨੂੰ ਕਰ ਵੀ ਲਵੇ ਤੇ ਕਰਨ 'ਚ ਕੋਈ ਹਰਜ ਨਹੀਂ, ਬਜਾਏ ਕਿ ਕੱਲ ਨੂੰ ਬਿਨਾਂ ਚਰਚਾ ਕੀਤਿਆਂ ਸੜਕਾਂ ਦੇ ਉੱਤੇ ਖੂਨ ਡੁੱਲੇ। ਉਹਦੇ ਨਾਲੋਂ ਚੰਗਾ ਹੈ ਵੀ ਅਸੀਂ ਅੱਜ ਹੀ ਚਰਚਾ ਸ਼ੁਰੂ ਕਰੀਏ। ਜਿਹੜੇ ਸੁਹਿਰਦ ਸਿਆਣੇ ਲੋਕ ਨੇ ਉਹ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ, ਜਿਨ੍ਹਾਂ ਨੇ ਇਤਿਹਾਸ ਵੀ ਦੇਖਿਆ ਤੇ ਜਿਹੜੇ ਥੋੜ੍ਹਾ ਜਿਹਾ ਸਾਰੇ ਮਸਲਿਆਂ ਦੀ ਡੂੰਘਾਈ ਦੇ ਵਿੱਚ ਵੀ ਵੜਨ ਦੀ ਜਿਹੜੀ ਸਮਰੱਥਾ ਰੱਖਦੇ ਨੇ, ਉਹਨਾਂ ਨੂੰ ਅੱਜ ਹੀ ਇਸ ਗੱਲ ਦੇ ਉੱਤੇ ਗੰਭੀਰਤਾ ਦੇ ਨਾਲ ਚਰਚਾ ਕਰਨੀ ਚਾਹੀਦੀ ਹੈ। ਮੇਰਾ ਨੁਕਤਾ ਇਹ ਹੈ ਕਿ ਦੇਖੋ, ਖਤਰਾ ਸਿਆਸੀ ਹੈ। ਸਿਆਸੀ ਖਤਰਿਆਂ ਨੂੰ ਆਪਾਂ ਨੂੰ ਲਾਜ਼ਮੀ ਤੌਰ ਦੇ ਉੱਤੇ ਸਿਆਸਤ ਦੇ ਨਾਲ ਹੀ ਨਜਿੱਠਣਾ ਚਾਹੀਦਾ ਹੈ। ਤੇ ਇੱਕ ਸਿਆਸਤਦਾਨ ਦੇ ਤੌਰ ਤੇ, ਇੱਕ ਖੱਬੇ ਪੱਖੀ ਸਿਆਸਤਦਾਨ ਦੇ ਤੌਰ ਤੇ ਮੈਂ ਇਹ ਜ਼ਰੂਰ ਚਾਹਾਂਗਾ ਹਿੰਦੁਸਤਾਨ ਦਾ ਕੋਈ ਵੀ ਸੂਬਾ ਹੋਵੇ, ਹਿੰਦੁਸਤਾਨ ਦਾ ਕੇਂਦਰ ਹੋਵੇ, ਕੋਈ ਵੀ ਸੂਬਾ ਹੋਵੇ, ਉਹ ਕਿਸੇ ਵੀ ਇੱਕ ਧਰਮ ਦੇ ਪ੍ਰਤੀ ਝੁਕਾਅ ਨਹੀਂ ਰੱਖਣਾ ਚਾਹੀਦਾ ਉਸ ਨੂੰ। ਅੱਜ ਕੀ ਹੋ ਰਿਹਾ ਹੈ, ਅੱਜ ਧਰਮ ਤੇ ਰਾਜਨੀਤੀ ਨੂੰ ਇਕੱਠਾ ਕਰਨ ਦੀ ਗੱਲ, ਜਿਹੜੀ ਹਿੰਦੂਤਵਾ ਦਾ ਆਈਡੀਆ ਹੈ, ਉਹ ਕੀ ਹੈ? ਉਹ ਕਹਿੰਦੇ ਕਲਚਰਲ ਨੈਸ਼ਨਲਿਜ਼ਮ, ਜਿਹੜਾ ਉਹਨਾਂ ਨੇ ਸ਼ਬਦ ਵਰਤਿਆ। ਕਲਚਰਲ ਨੈਸ਼ਨਲਿਜ਼ਮ ਡੇਂਜਰਸ ਹੁੰਦਾ ਹੈ, ਕੋਈ ਵੀ ਧਰਮ ਕਰੇ। ਹਿੰਦੂਤਵਾ ਜਦੋਂ ਤੱਕ ਹਿੰਦੂ ਹੈ ਉਦੋਂ ਤੱਕ ਕੋਈ ਖਤਰਾ ਨਹੀਂ ਹੈ, ਉਹ ਕੋਈ ਮਾੜੀ ਚੀਜ਼ ਨਹੀਂ, ਉਹ ਸਾਡੇ ਭਰਾ ਨੇ। ਜਿਵੇਂ ਹੀ ਹਿੰਦੂਤਵਾ ਲੱਗ ਜਾਂਦਾ ਨਾਲ, ਜਿਹੜਾ ਇਹ ਤਵਾ ਹੈ ਨਾ, ਇਹ ਡੇਂਜਰਸ ਹੈ। ਜਿਵੇਂ ਵਾਦ ਲੱਗ ਜਾਂਦਾ ਨਾਲ, ਹਾਂ, ਇਹ ਵਾਦ ਨਾਲੋਂ ਵੀ ਖਤਰਨਾਕ ਚੀਜ਼ ਹੈ, ਕਿਉਂਕਿ ਹਿੰਦੂਤਵਾ ਦਾ ਆਈਡੀਆ ਹੀ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਇਸ ਰੂਪ ਦੇ ਵਿੱਚ ਆਇਆ ਸੀਗਾ ਕਿ ਅਸੀਂ ਧਰਮ ਤੇ ਰਿਲੀਜਨ ਨੂੰ, ਧਰਮ ਤੇ ਰਾਜਨੀਤੀ ਨੂੰ, ਇਹਨੂੰ ਇਕੱਠਾ ਕਰ ਦਿਆਂਗੇ। ਸੋ ਮੈਨੂੰ ਇਹ ਲੱਗਦਾ ਵੀ ਸਭ ਤੋਂ ਪਹਿਲੀ ਗੱਲ ਪੰਜਾਬ ਨੂੰ ਇਸ ਦੇ ਉੱਤੇ ਆਪਣੀ ਪੋਜੀਸ਼ਨ ਲੈਣੀ ਪੈਣੀ ਹੈ ਕਿ ਕੀ ਅਸੀਂ ਧਰਮ ਆਧਾਰਿਤ ਸਿਆਸਤ ਚਾਹੁੰਦੇ ਹਾਂ। ਇਹ ਮੈਨੂੰ ਲੱਗਦਾ ਕਿ ਇਸ ਗੱਲ ਦੇ ਉੱਤੇ ਸਾਨੂੰ ਜ਼ਰੂਰ ਵਖਰੇਵਾ ਕਰਨਾ ਚਾਹੀਦਾ ਹੈ। ਧਰਮ ਜਦੋਂ ਰਾਜਨੀਤੀ ਕਰੇਗਾ ਫਿਰ ਵੀ ਗੜਬੜ ਹੋਏਗੀ, ਰਾਜਨੀਤੀ ਜਦੋਂ ਧਰਮ ਕਰੇਗੀ ਫਿਰ ਵੀ ਗੜਬੜ ਹੋਏਗੀ। ਜੋ ਭਾਈ ਸਾਹਿਬ ਨੇ ਹੁਣ ਜ਼ਿਕਰ ਵੀ ਕੀਤਾ, ਜਦੋਂ SGPC ਤੇ ਅਕਾਲੀ ਦਲ ਜਿਹੜੇ ਨੇ ਨਾ, ਉਹ ਜਦੋਂ ਆਪਸ ਦੇ ਵਿੱਚ, ਇਹਨਾਂ ਨੂੰ ਬਿਲਕੁਲ ਇੰਡੀਪੈਂਡੈਂਟ ਰਹਿਣਾ ਚਾਹੀਦਾ। SGPC ਸਿੱਖਾਂ ਦੇ ਕੋਲ ਦੇਖੋ ਇੱਕੋ ਇੱਕ ਮਤਲਬ ਕਮਾਲ ਦੀ ਚੀਜ਼ ਹੈ। ਮੈਂ ਤੇ ਉਸ ਰੂਪ ਦੇ ਵਿੱਚ ਕੋਈ ਸਿੱਖਾਂ ਦੇ ਨੁਮਾਇੰਦਾ ਨਹੀਂ, ਮੈਂ ਤੇ ਸਿਰਫ ਇੱਕ ਮਤਲਬ ਬਾਹਰੋਂ ਦੇਖਣ ਵਾਲੇ ਵਿਅਕਤੀਆਂ ਵਜੋਂ ਦੇਖ ਰਿਹਾ। ਪਰ ਮੈਂ ਕਹਿੰਦਾ ਕਿ ਇਹ ਦੁਨੀਆ ਦੇ ਵਿੱਚ ਕਿੱਥੇ ਇੱਕ ਉਦਾਹਰਨ ਮਿਲੂਗੀ ਤੁਹਾਨੂੰ ਕਿ ਇੱਕ ਚੁਣੀ ਹੋਈ ਸੰਸਥਾ, ਉਹ ਇੱਕ ਧਰਮ ਦੇ ਉੱਤੇ ਮਤਲਬ ਉਸਦੇ ਸਾਰੇ ਕੰਮਾਂ ਵਾਸਤੇ ਇੱਕ ਡੈਮੋਕ੍ਰੈਟਿਕਲੀ ਚੁਣੀ ਹੋਈ ਸੰਸਥਾ ਜਿਹੜੀ ਹੈ ਉਹ ਕੰਮ ਕਰ ਰਹੀ ਹੈ। ਲੋੜ ਇਸ ਗੱਲ ਦੀ ਹੈ ਵੀ ਸਿੱਖ ਆਪਣੀ ਇਸ ਕਮਾਲ ਦੀ ਸੰਸਥਾ ਨੂੰ ਬਚਾ ਕੇ ਰੱਖਣ, ਉਹਨੂੰ ਸੱਚੀ ਮੁੱਚੀ ਇੱਕ ਚੁਣੀ ਹੋਈ ਸੰਸਥਾ ਰਹਿਣ, ਉਹਨੂੰ ਕਿਸੇ ਵੀ ਪਾਰਟੀ ਦੇ ਮਗਰ ਨਾ ਲੱਗਣ ਦੇਣ। ਜ਼ਰੂਰੀ ਹਾਂ, ਹੁਣ ਹੋ ਕੀ ਰਿਹਾ, ਜਿਹੜੀ ਅੰਮ੍ਰਿਤਪਾਲ ਹੋਣੀ ਜਿਹੜੀ ਗਲਤੀ ਕਰ ਰਹੇ ਨੇ, ਉਹ ਕਹਿੰਦੇ ਨੇ ਨਾ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਗੋਂ ਪੂਰੇ ਪੰਜਾਬ ਦੀ ਸਿਆਸਤ ਹੀ ਕਿਸੇ ਇੱਕ ਧਰਮ ਦੇ ਵੱਲ ਨੂੰ ਝੁਕ ਜਾਵੇ। ਇਹ ਡੇਂਜਰਸ ਹੈ। ਇਹ ਖੁਦ ਸਿੱਖ ਨਹੀਂ ਚਾਹਣਗੇ, ਪੰਜਾਬ ਦੀ ਮੈਜੋਰਿਟੀ ਸਿੱਖ ਹੈ। ਖੁਦ ਸਿੱਖ ਵੀ ਜਿਹੜੇ ਨੇ, ਉਹ ਜਦੋਂ ਰਾਜਨੀਤੀ ਦੀ ਗੱਲ ਆਉਂਦੀ ਹੈ ਉੱਥੇ ਉਹ ਲੋਕਤੰਤਰ ਚਾਹੁੰਦੇ ਨੇ। ਕਿਉਂ? ਜਿਹੜੇ ਆਹ ਡਾਂਗ ਫਿਰ ਰਹੀ ਹੈ, ਚਾਹੇ ਅਧਿਆਪਕਾਂ ਦੇ ਉੱਤੇ, ਚਾਹੇ ਵਿਦਿਆਰਥੀਆਂ ਦੇ ਉੱਤੇ, ਚਾਹੇ ਕਿਸਾਨਾਂ ਦੇ ਉੱਤੇ ਫਿਰਦੀ ਹੈ, ਚਾਹੇ ਖੇਤ ਮਜ਼ਦੂਰਾਂ ਤੇ, ਉਹ ਸਿੱਖ ਹੀ ਹੁੰਦੇ ਨੇ। ਸੋ ਉਹ ਰਾਜਨੀਤੀ ਤੋਂ ਉਹਨਾਂ ਦੀ ਕੀ ਉਮੀਦ ਹੈ? ਰਾਜਨੀਤੀ ਤੋਂ ਉਹਨਾਂ ਦੀ ਉਮੀਦ ਹੈ ਡੈਮੋਕ੍ਰੇਸੀ, ਲੋਕਤੰਤਰ। ਰਾਜਨੀਤੀ ਲੋਕਤੰਤਰੀ ਰਹਿਣੀ ਚਾਹੀਦੀ ਹੈ। ਸੋ ਲੋਕਤੰਤਰ ਦੀ ਜਗ੍ਹਾ ਉਸ ਨੂੰ ਫੈਸਿਜ਼ਮ ਵੱਲ ਨੂੰ ਕੋਈ ਮੋੜੇ, ਉਹ ਫੈਸਿਜ਼ਮ ਹੋਏਗਾ। ਜੇ ਧਰਮ ਤੇ ਰਾਜਨੀਤੀ ਇਕੱਠੇ ਹੋ ਕੇ ਚੱਲਣਗੇ, ਉਹ ਫੈਸਿਜ਼ਮ ਬਣ ਜਾਊਗਾ। ਇਹਦੇ 'ਚ ਨਾ ਧਰਮ ਦਾ ਫਾਇਦਾ ਹੋਣਾ ਤੇ ਨਾ ਰਾਜਨੀਤੀ ਦਾ ਫਾਇਦਾ ਹੋਣਾ।
ਇਹ ਹੈ ਜਿਹੜੇ ਗੱਲ ਮੈਨੂੰ ਲੱਗਦਾ ਪੰਜਾਬ ਨੂੰ ਅੱਜ ਠੀਕ ਹੀ ਅੱਜ ਹੀ ਬਿਨਾਂ ਇਸ ਗੱਲ ਤੋਂ ਪ੍ਰਵਾਹ ਕੀਤੇ ਕਿ ਖਾਲਿਸਤਾਨ ਇੱਕ ਸੱਚਮੁੱਚ ਦਾ ਖਤਰਾ ਬਣ ਗਿਆ ਕਿ ਨਹੀਂ ਬਣ ਗਿਆ, ਨਹੀਂ ਬਣਿਆ ਮੁੱਦਾ, ਮੈਂ ਕਹਿੰਦਾ ਚੰਗੀ ਗੱਲ ਹੈ ਉਸ ਤੋਂ ਪਹਿਲਾਂ ਸੋਚਿਆ ਜਾਵੇ। ਚੰਗੀ ਗੱਲ ਹੈ ਨੌਜਵਾਨਾਂ ਦੇ ਵਿੱਚ ਇਸੇ ਕਰਕੇ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ ਕਿ ਕਿਤੇ ਨੌਜਵਾਨ ਉਸ ਪਾਸੇ ਨਾ ਤੁਰ ਜਾਣ ਜਿਸ ਤਰ੍ਹਾਂ ਉਹਨਾਂ ਨੂੰ ਸਮਰਥਨ ਮਿਲ ਰਿਹਾ, ਜਿਸ ਤਰ੍ਹਾਂ ਚਾਹੇ ਉਹ ਇੱਕ ਦੀਪ ਸਿੱਧੂ ਕਰਕੇ ਮਿਲ ਰਿਹਾ ਹੈ ਜਾਂ ਸਿਮਰਜੀਤ ਮਾਨ ਕਰਕੇ ਮਿਲ ਰਿਹਾ ਜਾਂ ਕੋਈ ਹੋਰ ਵਿਚਾਰਧਾਰਾ ਕਰਕੇ ਮਿਲ ਰਿਹਾ, ਜਾਂ ਇੱਕ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਕਿ ਕਿਸੇ ਏਜੰਸੀ ਦਾ ਪ੍ਰਤੀਨਿਧ ਹੋ ਸਕਦਾ ਹੈ। ਇੱਕ ਜਿਹੜੀ ਗੱਲ ਮੈਂ ਨਾਲ ਜੋੜਨੀ ਚਾਹਾਂਗਾ, ਸਿੰਘ ਸਾਹਿਬ ਨੇ ਕਿਹਾ ਸੀਗਾ ਕਿ ਧਰਮ ਪਰਿਵਰਤਨ ਹੋ ਰਿਹਾ, ਉਹ ਉਹਨਾਂ ਦਾ ਸਵਾਲ ਕਹਿੰਦੇ ਜਾਇਜ਼ ਹੈ, ਤੁਸੀਂ ਕਿੱਥੋਂ ਤੱਕ ਕਿਵੇਂ ਦੇਖਦੇ ਹੋ? ਦੇਖੋ ਮੈਂ ਇਸ ਤਰ੍ਹਾਂ ਦੇਖਦਾ, ਇਹ ਧਰਮ ਦਾ ਵਿਸ਼ਾ ਜਿਹੜਾ ਹੈ ਨਾ ਇਹਦੇ ਤੇ ਮੈਂ ਨਿੱਜੀ ਵਿਸ਼ਾ ਹੈ। ਹਾਂ ਮੈਂ ਸਮਝਦਾ, ਦੇਖੋ ਮੇਰੀ ਪੋਜੀਸ਼ਨ ਹੈ ਇੱਕ ਰਾਜਨੀਤਿਕ ਪੋਜੀਸ਼ਨ ਹੈ, ਧਰਮ ਕਿਸੇ ਵੀ ਵਿਅਕਤੀ ਦਾ ਨਿੱਜੀ ਵਿਸ਼ਾ ਹੈ, ਇਹ ਨਿੱਜੀ ਹੀ ਰਹਿਣਾ ਚਾਹੀਦਾ। ਜਿਵੇਂ ਹੀ ਧਰਮ ਨਿੱਜੀ ਤੋਂ ਵੱਧ ਕੇ ਕੁਝ ਵੀ ਹੁੰਦਾ ਹੈ ਨਾ, ਉਵੇਂ ਹੀ ਉਹ ਸਮੱਸਿਆ ਬਣਦਾ ਹੈ। ਜਦੋਂ ਤੱਕ ਧਰਮ ਇੱਕ ਨਿੱਜੀ ਹੈ, ਮੈਂ ਤੇ ਮੇਰਾ ਰੱਬ, ਵਿਚਾਲੇ ਕੋਈ ਨਹੀਂ, ਵਿਚੋਲਾ ਕੋਈ ਨਹੀਂ, ਵਿਚੋਲਾ ਕੋਈ ਨਹੀਂ, ਜਦੋਂ ਤੱਕ ਇਹ ਸੰਬੰਧ ਜਿਹੜਾ ਹੈਗਾ ਕਿਸੇ ਵੀ ਵਿਅਕਤੀ ਦਾ ਆਪਣੇ ਰੱਬ ਦੇ ਨਾਲ ਰਹੇਗਾ, ਉਦੋਂ ਤੱਕ ਮੈਂ ਕਹਿੰਦਾ ਉਹ ਵਿਅਕਤੀ, ਕਿਉਂਕਿ ਦੇਖੋ ਧਰਮ ਦੇ ਵਿੱਚ ਮੇਰੀ ਮਾਨਤਾ ਜੋ ਮਰਜ਼ੀ ਹੋਵੇ, ਲੇਕਿਨ ਜਿਹੜੇ ਲੋਕਾਂ ਦੀ ਆਸਥਾ ਹੈ, ਉਹ ਵਿਅਕਤੀ ਜਿਹੜੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਇੱਕ ਸਪਿਰਿਚੁਅਲ ਇੱਕ ਆਪਣੀ ਜਿਹੜੀ ਜੀਵਨ ਹੈ ਨਾ, ਸਪਿਰਿਚੁਅਲਿਟੀ ਜੀਵਨ ਦੇ ਵਿੱਚ ਉਹਦੀ ਲੋੜ ਹੁੰਦੀ ਹੈ। ਹਰ ਵਿਅਕਤੀ ਨੂੰ ਆਪਣੇ ਜੀਵਨ ਦੇ ਵਿੱਚ ਕੋਈ ਸਪਿਰਿਚੁਅਲਿਟੀ, ਕਿਸੇ ਕਿਸਮ ਦੀ ਸਪਿਰਿਚੁਅਲਿਟੀ ਚਾਹੀਦੀ ਹੁੰਦੀ ਹੈ, ਕੋਈ ਆਦਰਸ਼ ਚਾਹੀਦਾ ਹੁੰਦਾ ਹੈ। ਸੋ ਜਿਨ੍ਹਾਂ ਲੋਕਾਂ ਵਾਸਤੇ ਧਰਮ ਆਦਰਸ਼ ਹੈ, ਉਹ ਉਹਨਾਂ ਵਾਸਤੇ ਬਣਿਆ ਰਵੇ। ਜੇ ਧਰਮ ਨੂੰ ਰਾਜਨੀਤੀ ਨੇ ਘੜੀਸ ਲਿਆ ਨਾ ਸੜਕਾਂ ਦੇ ਉੱਤੇ, ਫਿਰ ਉਹ ਨਾ ਕਿਸੇ ਦਾ ਆਦਰਸ਼ ਰਹਿ ਸਕੇਗਾ, ਨਾ ਉਹਦੇ ਵਿੱਚੋਂ ਕੋਈ। ਅੱਜ ਧਰਮ ਦੇ ਬਾਰੇ ਸਾਡੇ ਜਿਹੜੀ ਮਤਲਬ ਮੈਂ ਜਿਹੜੀ ਵਿਚਾਰਧਾਰਾ ਤੋਂ ਆਨਾ, ਉੱਥੇ ਧਰਮ ਬਾਰੇ ਇੱਕ ਜਗ੍ਹਾ ਜ਼ਿਕਰ ਕੀਤਾ ਜਾਂਦਾ ਹੈ ਵੀ ਇਟਸ ਦ ਸਾਈ ਆਫ ਦ ਓਪਰੈਸਡ, ਇਟਸ ਦ ਸਾਈ ਆਫ ਦ ਓਪਰੈਸਡ। ਜਦੋਂ ਕਹਿੰਦੇ ਨੇ ਇੱਕ ਹਾ ਹੈ, ਇੱਕ ਗਰੀਬ ਦੀ ਹਾ ਹੈ, ਇਹ ਜਿਹੜੀ ਗਰੀਬ ਦੀ ਹਾ ਹੈ ਨਾ, ਇਹ ਗਰੀਬ ਕੋਲ ਰਹਿਣੀ ਚਾਹੀਦੀ ਹੈ। ਹਾਂ, ਇਹਨੂੰ ਜਦੋਂ ਕੋਈ ਰਾਜਨੀਤੀਕਰਨ ਕਰੇਗਾ ਤਾਂ ਬੜਾ ਡੇਂਜਰਸ ਹੈ। ਜਿੱਥੇ ਗੱਲ ਹੁਣ ਧਰਮ ਦੇ ਪਰਿਵਰਤਨ ਦੀ ਹੈ, ਇਹੋ ਸਮਝੋ ਇਹ ਏਜੰਡਾ ਕਿਹਦਾ, ਧਰਮ ਦਾ ਪਰਿਵਰਤਨ ਏਜੰਡਾ ਕਿਹਦਾ ਅੱਜ ਦੇ ਸਮੇਂ 'ਚ ਹਿੰਦੁਸਤਾਨ 'ਚ? ਇਹ ਏਜੰਡਾ ਹਿੰਦੁਸਤਾਨ 'ਚ ਲੈ ਕੇ ਆਈ RSS। ਉਹਨੇ ਕਿਹਾ ਕਿ ਈਸਾਈ ਮਿਸ਼ਨਰੀ ਜਿਹੜੇ ਨੇ ਉਹ ਹਿੰਦੁਸਤਾਨ ਦੇ ਵਿੱਚ ਧਰਮ ਪਰਿਵਰਤਨ ਕਰਵਾ ਰਹੇ ਨੇ। ਹੁਣ ਇਹ ਏਜੰਡਾ ਪਹਿਲੀ ਵਾਰੀ ਮੈਂ ਦੇਖ ਰਿਹਾ ਕਿ ਸਿੱਖਾਂ ਦੇ ਵਿੱਚ ਵੀ ਸ਼ਾਮਲ ਹੋ ਗਿਆ। ਜਦ ਤੱਕ ਅੱਜ ਤੱਕ ਸਿੱਖੀ ਦੇ ਵਿੱਚ ਕੀ ਕਨਸੈਪਟ ਰਿਹਾ ਧਰਮ ਦੇ ਮਾਮਲੇ ਦੇ ਉੱਤੇ, ਸਿੱਖੀ ਜਦੋਂ ਸ਼ੁਰੂ ਹੋਈ, ਜਦੋਂ ਗੁਰੂ ਸਾਹਿਬ ਨੇ ਇੱਕ ਨਿਆਰਾ ਪੰਥ ਸਥਾਪਿਤ ਕੀਤਾ, ਤੇ ਉਹ ਪੰਥ ਜਿਹੜਾ ਹੈਗਾ ਕਿਵੇਂ ਸਥਾਪਿਤ ਹੋਇਆ, ਸਾਰੇ ਲੋਕ ਉਹਦੇ ਇਤਿਹਾਸ ਨੂੰ ਜਾਣਦੇ ਨੇ ਜੀ। ਸੋ ਉਹ ਪਰੰਪਰਾ ਜਿਹੜੀ ਹੈਗੀ ਹੈ ਉਹ ਕੀ ਸੀਗੀ ਕਿ ਅਸੀਂ ਇੱਕ ਜੁਝਾਰੂ ਪੰਥ ਜਿਹੜਾ ਸਾਰਿਆਂ ਵਾਸਤੇ ਇੱਕ ਜਾਬਰ ਦੇ ਟੱਕਰ ਦੇਣ ਵਾਸਤੇ ਇੱਕ ਪੰਥ ਜਿਹੜਾ ਹੈਗਾ ਉਹ ਬਣਿਆ। ਹੁਣ ਇਸ ਪੰਥ ਦੀ ਤਾਂ ਘੱਟੋ-ਘੱਟ ਮਜਬੂਰੀ ਨਹੀਂ ਹੋਣੀ ਚਾਹੀਦੀ ਵੀ ਇਹਨੂੰ ਕਿਸੇ ਦੂਜੇ ਤੋਂ ਖਤਰਾ ਜਾਂ ਕਿਸੇ ਤੋਂ ਡਰ ਕੇ ਰਹਿਣਾ ਚਾਹੇ। ਹਾਂ ਠੀਕ ਹੈ, ਜੇ ਕ੍ਰਿਸਚੀਅਨ ਮਿਸ਼ਨਰੀ ਪੰਜਾਬ 'ਚ ਆ ਕੇ ਆਪਦਾ ਪ੍ਰਚਾਰ ਕਰਦੇ ਨੇ, ਤੇ ਜੇ ਕੋਈ ਸਾਡੇ ਸਿੱਖ ਭਰਾ ਜਿਹੜੇ ਨੇ ਉਸ ਪ੍ਰਚਾਰ ਦੇ ਮਤਲਬ ਨਾਲ ਜੁੜ ਕੇ ਉਹਨਾਂ ਦੇ ਨਾਲ ਜਾ ਰਹੇ ਨੇ, ਤੇ ਮੈਨੂੰ ਲੱਗਦਾ ਇਹ ਸਿੱਖ ਧਰਮ ਦੇ ਅੰਦਰਲਾ ਵਿਸ਼ਾ ਹੈ, ਉਹਨਾਂ ਨੂੰ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਕਿੱਥੇ ਕਮੀ ਹੈ ਜੀ, ਹਾਂ ਕਮਜ਼ੋਰੀ ਕਿੱਥੇ ਹੈ, ਉਹ ਐਡਰੈਸ ਕੀਤਾ ਜਾਣਾ ਚਾਹੀਦਾ, ਨਾ ਕਿ ਕਿਸੇ ਕਾਨੂੰਨ ਦਾ ਸਹਾਰਾ ਲੈ ਕੇ ਕਿਸੇ ਦੇ ਉੱਤੇ ਹਮਲਾ ਕਰਨ ਬੈਠੇ। ਉਹ ਮੋੜਵਾਂ ਹਮਲਾ ਹੋ ਜਾਊਗਾ। ਹਾਂ, ਇਹ ਸਿੰਘ ਸਾਹਿਬ ਇਹ ਗੱਲ ਸਮਝਣ ਦੀ ਲੋੜ ਹੈ, ਜਿਹੜਾ ਕਮਲ ਜੀ ਨੇ ਇਸ਼ਾਰਾ ਕੀਤਾ, ਤੁਸੀਂ ਵੀ ਸਮਝ ਚੁੱਕੇ ਹੋ ਵੀ ਕਿਤੇ ਨਾ ਕਿਤੇ ਉਸ ਗੱਲ ਨੂੰ ਸਮਝਣ ਦੀ ਲੋੜ ਹੈ ਵੀ ਕਿਹੜੀਆਂ ਐਸੀਆਂ ਕਮੀਆਂ ਨੇ ਜਿਹੜੇ ਆਪਣੇ ਧਰਮ ਦੇ ਪੈਰੋਕਾਰ ਸੀ ਜਿਹੜੇ ਸੀਗੇ ਉਹ ਦੂਸਰੇ ਪਾਸੇ ਖਿੱਚੇ ਜਾ ਰਹੇ ਨੇ। ਕੈਸੀਆਂ ਗੱਲਾਂ ਨੇ ਇਹ? ਹਾਲਾਂਕਿ ਜਦੋਂ ਕਿ ਸਭ ਤੋਂ ਨਵਾਂ ਧਰਮ ਹੈ, ਸਾਰੀਆਂ ਉਣਤਾਈਆਂ ਚੋਂ ਖਤਮ ਕਰਕੇ ਮੰਨਿਆ ਜਾਂਦਾ ਵੀ ਦੇਖੋ ਅੱਜ ਸਿੱਖ ਨੂੰ ਪੂਰੀ ਦੁਨੀਆ 'ਚ ਪੂਜਿਆ ਵੀ ਜਾਂਦਾ ਹੈ। ਜੋ ਖਾਲਸਾ ਏਡ ਨੇ ਕੰਮ ਕੀਤੇ, ਹੋਰ ਸੰਸਥਾਵਾਂ ਨੇ ਕੀਤੇ। ਦੇਖੋ ਆਪਾਂ ਇਕੱਲਾ SGPC ਨੂੰ ਮੈਂ ਇੱਥੇ ਇਹ ਨਹੀਂ ਕਹਿ ਸਕਦਾ ਕਿ SGPC ਨੇ ਕੁਝ ਨਹੀਂ ਕੀਤਾ। SGPC ਆਪਣੇ ਤੌਰ ਤੇ ਕੰਮ ਕਰਦੀ ਵੀ ਰਹੀ ਹੈ, ਇਹ ਗੱਲ ਨਹੀਂ ਹੈਗੀ। ਇਹ ਸਿਰਫ ਹੁੰਦਾ ਕਿ ਨੁਮਾਇੰਦਗੀ ਕਿਤੇ ਹੱਥ ਆ ਗਈ ਤੇ ਉਹਨੇ ਕੀ ਕੀਤਾ। ਉਹ ਅਫਸੋਸਨਾਕ ਹੈ ਕਿ ਅੱਜ ਕੱਲ੍ਹ ਨੁਮਾਇੰਦਗੀ ਜਿਹਦੇ ਕੋਲ ਹੈ ਤੁਸੀਂ ਸਭ ਜਾਣਦੇ ਹੋ, ਮੈਂ ਬੋਲਣਾ ਨਹੀਂ ਚਾਹੁੰਦਾ ਜ਼ਿਆਦਾ। ਪਰ ਜਿਹੜੀ ਗੱਲ ਪਰਿਵਰਤਨ ਦੀ ਹੈਗੀ ਹੈ, ਉਹਦੇ 'ਚ ਇਕੱਲਾ ਇੱਕ ਧਰਮ ਨਹੀਂ ਹੈ, ਉਹਦੇ ਵਿੱਚ ਇੱਕ ਇਕਨੋਮਿਕ ਫੈਕਟਰ ਵੀ ਵਰਕ ਕਰ ਰਿਹਾ ਹੈਗਾ। ਦੇਖੋ ਆਰਥਿਕ ਜਿਹੜਾ ਪੱਖ ਹੈ, ਦੇਖੋ ਜਿਹੜਾ ਮੈਂ ਪਹਿਲਾਂ ਗੱਲ ਕਹੀ, ਆਪਾਂ ਕਹਿੰਦੇ ਆ ਜੀ ਕਿ ਕਮਜ਼ੋਰ ਸਿੱਖ ਦਾ ਮਤਲਬ ਕਮਜ਼ੋਰ ਸਰੀਰਕ ਤੌਰ ਤੇ ਕਮਜ਼ੋਰ ਨਹੀਂ ਹੈ, ਉਹ ਆਰਥਿਕ ਤੌਰ ਤੇ ਕਮਜ਼ੋਰ ਹੈ। ਇਸ ਕਰਕੇ ਉਹ ਉਸ ਚੀਜ਼ ਨੂੰ, ਇਹ ਬਿਲਕੁਲ ਗੱਲ ਮੈਂ ਇਹਦੇ ਤੇ ਬਿਲਕੁਲ ਕੋਈ ਐਸੀ ਨਹੀਂ ਕਿ ਮੈਂ ਨਹੀਂ ਮੰਨਦਾ, ਇਹ ਸਿੱਖਾਂ ਦਾ ਹੀ ਵਿਸ਼ਾ ਬਣਨਾ ਚਾਹੀਦਾ ਹੈ। ਬਟ ਸਿੱਖ ਨੇ ਵੀ ਕਿਸੇ ਨਾ ਕਿਸੇ ਲੈਵਲ ਤੇ ਆ ਕੇ, ਅੱਜ ਆਪਾਂ ਕਹਿ ਰਹੇ ਹਾਂ ਪੰਜਾਬ ਦੇ ਵਿੱਚ ਰਾਜਨੀਤੀ ਵਿੱਚ ਸਿੱਖ ਧਰਮ ਦੀ ਕੋਈ ਜਗ੍ਹਾ ਨਹੀਂ ਹੈਗੀ ਇਹਨਾਂ ਦੇ ਮੁਤਾਬਿਕ। ਐਸਾ ਨਹੀਂ ਕਹਿ ਰਿਹਾ ਮੈਂ, ਇਹ ਮੇਰਾ ਸਵਾਲ ਨਹੀਂ ਹੈ। ਮੇਰਾ ਸਵਾਲ ਨਹੀਂ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਜੇ ਆਪਾਂ ਜੇ ਹਿਸਟਰੀ ਦੇਖੀਏ ਪੰਜਾਬ ਦੀ, ਅਲਟੀਮੇਟਲੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਵੀ ਚੀਫ ਮਿਨਿਸਟਰ ਆਇਆ ਉਹ ਕਿਸ ਕਾਰਨ ਕਰਕੇ ਆਇਆ ਆਪਾਂ ਜਾਣਦੇ ਹਾਂ।
ਅੱਜ ਜੇ ਆਮ ਆਦਮੀ ਪਾਰਟੀ ਨੂੰ ਨਾ ਹੁੰਗਾਰਾ ਮਿਲਿਆ, ਪਰ ਲਿਆਣਾ ਤਾਂ ਭਗਵੰਤ ਸਿੰਘ ਮਾਨ ਨੂੰ ਪਿਆ। ਚਲੋ, ਕਹਿਣ ਦਾ ਮਤਲਬ ਸਿੰਘ ਸਾਹਿਬ, ਮੈਂ ਤੁਹਾਡੀ ਗੱਲ ਸਮਝ ਗਿਆ। ਮੈਂ ਉਹੀ ਗੱਲ ਧਰਮ ਤੇ ਸਿਆਸਤ ਵਾਲੀ ਫੇਰ ਚੱਲ ਪਈ ਹੈ। ਹੁਣ ਮੈਨੂੰ ਆਪਾਂ ਸੰਖੇਪਤਾ ਵੱਲ ਆਈਏ ਥੋੜਾ ਜਿਹਾ, ਕਿਉਂਕਿ ਸਮੇਂ ਦੀ ਨਜ਼ਾਕਤ ਹੈ। ਇਹਦੇ 'ਚ ਮੈਂ ਸਿਰਫ ਇੱਕ ਐਡ ਕਰਦਾ ਹਾਂ, ਸੰਖੇਪ 'ਚ ਕਰ ਦਿਓ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਾਂ ਜਿਹੜਾ ਧਿਆਨ ਦਈਏ, ਜੀ, ਬਹੁਤ ਸਾਰੀਆਂ ਚੈਰੀਟੇਬਲ ਸੰਸਥਾਵਾਂ ਜਿਹੜੀਆਂ ਨੇ ਉਹ ਦੁਨੀਆ ਦੇ ਵਿੱਚ ਮਸ਼ਹੂਰ ਹੋਈਆਂ ਸਿੱਖਾਂ ਦੀਆਂ। ਬਿਲਕੁਲ ਜੀ। ਜਿਨ੍ਹਾਂ ਨੇ ਨਾਮ ਨਾ ਖੱਟਿਆ, ਜਿਹਦੇ ਕਰਕੇ ਅਸੀਂ ਕਹਿੰਦੇ ਆ ਵੀ ਸਿਰ ਉੱਚਾ ਕਰਕੇ ਸਿੱਖ ਦੁਨੀਆ ਦੇ ਵਿੱਚ, ਸੀਰੀਆ ਦੇ ਵਿੱਚ ਕੌਣ ਪਹੁੰਚਿਆ, ਹੜ੍ਹ ਆ ਜਾਂਦੇ ਨੇ ਚਾਹੇ ਮਤਲਬ ਕਿਸੇ ਵੀ ਮੁਲਕ ਦੇ ਵਿੱਚ, ਉੱਥੇ ਕੌਣ ਪਹੁੰਚਦਾ, ਇਹ ਕੁਐਸਚਨ ਹੈ ਨਾ। ਲੇਕਿਨ ਜੇ ਆਪਾਂ ਇਹ ਧਰਮ ਪਰਿਵਰਤਨ ਵਾਲਾ ਉਹ ਬਿਆਨੀਆ ਚੱਕ ਲਿਆ ਜਿਹੜਾ RSS ਨੇ ਸਾਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ, ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਉਹਦਾ ਨਤੀਜਾ ਕੀ ਹੋਊਗਾ? ਬਹੁਤ ਸਾਰੇ ਮੈਂ ਸਮਝਦਾ ਅੰਗਰੇਜ਼ ਮੁਲਕਾਂ ਦੇ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਹੋ ਕੇ ਉਹ ਵੀ ਕਹਿੰਦੇ ਨੇ ਵੀ ਇਸ ਧਰਮ ਨੂੰ ਅਸੀਂ ਅਡਾਪਟ ਕਰਨਾ, ਉਹ ਵੀ ਅਡਾਪਟ ਕਰਦੇ ਨੇ। ਐਸਾ ਨਹੀਂ ਹੈ ਮੈਂ ਬੱਗਾ ਬੰਨੀਆਂ ਅੰਗਰੇਜ਼ ਦੇਖੇ ਨੇ, ਕੀਰਤਨ ਕਰਨ ਵਾਲੇ ਅੰਗਰੇਜ਼ ਦੇਖੇ ਨੇ। ਧਰਮ ਪਰਿਵਰਤਨ ਦੇ ਅਗੇਂਸਟ ਇੱਕ ਜਰਨਲ ਸਟੇਟਮੈਂਟ ਦੇ ਦੇਣੀ ਉਹਨਾਂ ਅੰਗਰੇਜ਼ਾਂ ਨੂੰ ਵੀ ਬਾਹਰ ਕੱਢ ਦੇਗੀ। ਫਿਰ ਆਪਾਂ ਇਸ ਗੱਲ ਨੂੰ ਨਾ ਭੁੱਲੀਏ। ਜੀ ਜੀ। ਇਸ ਕਰਕੇ ਮੈਂ ਕਹਿੰਦਾ ਕਿ ਧਰਮ ਪਰਿਵਰਤਨ ਜਿਹੜਾ ਹੈਗਾ, ਇਹਨੂੰ ਧਰਮ ਪਰਿਵਰਤਨ ਨਹੀਂ, ਧਰਮ ਇਹ ਇੱਕ ਆਜ਼ਾਦ ਵਿਸ਼ਾ ਹੋਵੇ, ਹਰ ਵਿਅਕਤੀ ਦੀ ਆਜ਼ਾਦੀ। ਇਹ ਕਿਉਂਕਿ ਦੇਖੋ, ਪਹਿਲਾਂ ਇਹ ਕਰਹਿਤਾਂ ਸੀਗੀਆਂ ਜਿਨ੍ਹਾਂ ਦੇ ਖਿਲਾਫ ਸਿੱਖ ਧਰਮ ਲੜਿਆ। ਉਹ ਕਰਹਿਤਾਂ ਇਹ ਸੀਗੀਆਂ ਵੀ ਉਹ ਜੰਮਦਾ ਬੱਚਾ, ਇਹ ਜੰਮਣ ਤੋਂ ਪਹਿਲਾਂ ਉਹਦਾ ਧਰਮ ਤੈਅ ਹੋ ਜਾਂਦਾ ਸੀ। ਲੇਕਿਨ ਸਾਡੇ ਇੱਥੇ ਸ਼ਬਦ ਗੁਰੂ ਦੀ ਜਿਹੜੀ ਦਾਤ ਬਖਸ਼ੀ ਗਈ ਹੈ, ਉਹਦਾ ਆਈਡੀਆ ਇਹ ਸੀਗਾ ਵੀ ਇਹਨੂੰ ਪੜ੍ਹ ਕੇ ਸਮਝ ਕੇ ਇਹਦੇ ਤੋਂ ਪ੍ਰਭਾਵਿਤ ਹੋ ਕੇ ਕੋਈ ਵੀ ਜੁੜ ਸਕਦਾ। ਚਲੋ, ਆਪਾਂ ਹੁਣ ਮੈਂ ਕਹਿੰਦਾ ਵੀ ਇਸ ਨੂੰ ਆਪਾਂ ਕਾਇਮ ਰੱਖੀਏ। ਹਾਂ, ਬਿਲਕੁਲ ਠੀਕ ਗੱਲ ਹੈ। ਇਹ ਬਹੁਤ ਅੱਛਾ ਫਲਸਫਾ ਹੈ ਸਿੱਖ ਧਰਮ ਦਾ ਤੇ ਗੁਰਬਾਣੀ ਦਾ। ਹੁਣ ਆਪਾਂ ਲਾਸਟ ਵਾਰ ਥੋੜੇ ਦੋ ਕੁਐਸਚਨ ਨੇ। ਤੁਸੀਂ ਇਹ ਦੱਸੋ, ਜਿਹੜਾ ਜਿਸ ਵਿਸ਼ੇ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਕਿਤੇ ਜਿਹੜੀ ਹੁਣ ਚਰਚਾ ਚੱਲੀ ਹੈ, ਇੱਕ ਨੌਜਵਾਨ ਨੇ ਸ਼ੁਰੂ ਕੀਤੀ ਹੈ, ਪਹਿਲਾਂ ਵੀ ਚੱਲਦੀ ਰਹੀ ਹੈ, ਤੇ ਉਹਦੀ ਗੱਲ ਸੁਣ ਕੇ ਇੱਕ ਵੱਡਾ ਸਮੂਹ ਕਿਤੇ ਕੁਰਾਹੇ ਨਾ ਪੈ ਜੇ, ਇਹ ਚਿੰਤਾ ਕਰਨੀ ਚਾਹੀਦੀ ਹੈ? ਬਿਲਕੁਲ ਕਰਨੀ ਚਾਹੀਦੀ ਹੈ। ਮੈਂ ਤਾਂ ਸਮਝਦਾ ਵੀ ਇਹ ਚਿੰਤਾ ਹੋਣੀ ਚਾਹੀਦੀ ਹੈ। ਹਾਂਜੀ ਸਿੰਘ ਸਾਹਿਬ, ਤੁਸੀਂ ਕਹਿੰਦੇ ਸੀ ਵੀ ਕੋਈ ਉਸ ਦਾ ਅਸਰ ਨਹੀਂ ਗਾ, ਪਰ ਇਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਿਆ। ਇਸੇ ਕਰਕੇ ਪੂਰੇ ਮੀਡੀਆ 'ਚ ਉਸ ਨੂੰ ਗੱਲ ਚਰਚਾ ਚੱਲੀ। ਤੁਸੀਂ ਕੀ ਮੰਨਦੇ ਹੋ? ਉਹ 'ਤੇ ਥੋੜਾ ਗੌਰ ਕਰਨਾ ਚਾਹੀਦਾ, ਉਹ ਤੋਂ ਓਬਵੀਅਸਲੀ ਨਹੀਂ ਹੋਣਾ ਚਾਹੀਦਾ? ਦੇਖੋ, ਮੈਂ ਜਿਹੜੀ ਪਹਿਲਾਂ ਗੱਲ ਕਹੀ ਹੈ ਕਿ ਹਾਲੇ ਸਮਾਂ ਦਿਓ। ਚਲ, ਸਮੇਂ ਤੋਂ ਪਹਿਲਾਂ, ਚਲੋ ਨੈਕਸਟ ਸਵਾਲ। ਪਹਿਲਾਂ ਆਪਾਂ ਨਾ ਆਈਏ। ਚਲੋ ਨੈਕਸਟ ਸਵਾਲ। ਜਦੋਂ ਇਹ ਸਮੇਂ ਤੋਂ ਪਹਿਲਾਂ ਜਦੋਂ ਗੱਲ ਚੱਲੀ ਹੈ, ਤਾਂ ਮੇਰੇ ਹਿਸਾਬ ਨਾਲ ਉਹਦਾ ਉੱਤਰ ਵੀ ਬਣਦਾ। ਫਿਰ ਇੱਕ ਪਾਸੇ ਤਾਂ ਇਹ ਗੱਲ ਕੀਤੀ ਜਾਂਦੀ ਹੈ ਕਿ ਆਪਾਂ ਪੰਜਾਬ ਦਾ ਕੇਂਦਰ ਦੇ ਨਾਲ ਟਕਰਾ, ਜਿਹੜੀ ਉਹ ਵਾਰਸ ਪੰਜਾਬ ਦੇ ਆਪਾਂ ਗੱਲ ਕਰਦੇ, ਜਿਹੜੇ ਉਹ ਮੁਖੀ ਨੇ ਭਾਈ ਸਾਹਿਬ, ਤੇ ਉਹਦੇ ਏਜੰਡੇ ਹੀ ਹੋਰ ਨੇ। ਉਹ 'ਚ ਮੈਨੂੰ ਲੱਗਦਾ ਇਹ ਏਜੰਡਾ ਤਾਂ ਹੈ ਹੀ ਨਹੀਂ ਜਿਹੜਾ ਚੱਲ ਰਿਹਾ ਹੈ। ਇਹ ਤੁਸੀਂ ਕਿਵੇਂ ਕਰੋ? ਇਸ ਤਰ੍ਹਾਂ ਹੈਗਾ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਨਹੀਂ, ਵਾਰਸ ਪੰਜਾਬ ਦੇ ਜਿਹੜਾ ਉਹ ਉਡੀਕਿਆ ਗਿਆ ਸੀਗਾ ਜਦੋਂ ਸਥਾਪਨਾ ਹੋਈ ਸੀ, ਜਥੇਬੰਦੀ ਨੂੰ ਉਹਨਾਂ ਨੇ ਟੇਕ ਓਵਰ ਕੀਤਾ ਇੱਕ ਤਰ੍ਹਾਂ ਨਾਲ। ਅਸੀਂ ਉਹਦਾ ਜੋ ਏਜੰਡਾ ਹੈਗਾ ਹੈ, ਉਹ ਏਜੰਡਾ ਉਹ ਹੁਣ ਆਪਣੇ ਕਿਸ ਲੈਵਲ ਤੇ ਉਹਨੂੰ ਲੈ ਕੇ ਜਾਂਦੇ ਨੇ, ਉਹਦੇ 'ਚ ਇਕੱਲਾ ਧਰਮ ਦਾ ਨਹੀਂ ਹੈ, ਉਹਦੇ 'ਚ ਪੰਜਾਬ ਦੀ ਪ੍ਰਫੁੱਲਤਾ ਬਾਰੇ। ਹਾਂ, ਉਹੀ ਗੱਲ ਸੀ, ਖੁਦ ਮੁਖਤਿਆਰੀ ਦੀ ਗੱਲ ਹੋਈ ਸੀ, ਕੇਂਦਰ ਤੇ ਪੰਜਾਬ ਦੇ ਹੱਕਾਂ ਦੀ ਗੱਲ ਹੋਈ ਸੀਗੀ, ਉਹਦੀ ਗੱਲ। ਇਹਨਾਂ ਦੇ ਹੋਰ ਮੇਰੇ ਵਿਚਾਰ ਇੱਕ ਹਮੇਸ਼ਾ ਫਰਕ ਰਹੇਗਾ। ਚਲੋ, ਹੁਣ ਲਾਸਟ ਸਵਾਲ। ਤੁਸੀਂ ਦੱਸੋ ਵੀ ਜਿਹੜੀ ਖਾਲਿਸਤਾਨ ਦੀ ਗੱਲ ਸ਼ੁਰੂ ਹੋਈ ਹੈ ਤੇ ਬੜੇ ਗਰਮ ਬਿਆਨ ਆ ਰਹੇ ਨੇ ਉਹਨਾਂ ਦੇ, ਕਿਤੇ ਨਾ ਕਿਤੇ ਇਹ ਨੌਜਵਾਨ ਪੀੜ੍ਹੀ ਨੂੰ ਅਗਰੈਸਿਵ ਕਰਦੇ ਨੇ, ਤੁਸੀਂ ਸਮਝਦੇ ਹੋ ਵੀ ਇਹ ਠੀਕ ਹੈ ਮੁੱਦਾ? ਖਾਲਿਸਤਾਨ ਦਾ ਕੋਈ ਮੁੱਦਾ ਨਹੀਂ ਹੈ ਜੀ ਮੇਰੇ ਹਿਸਾਬ ਨਾਲ। ਜੇ ਉਹ ਗੱਲ ਕਰਦੇ ਤਾਂ ਗਲਤ ਹੈ? ਨਹੀਂ, ਉਹ ਐਸੀ ਹਾਲੇ ਤੱਕ ਕੋਈ ਗੱਲ ਨਹੀਂ ਆਈ ਹੈ ਜੀ, ਕੋਈ ਕੰਕਰੀਟ ਗੱਲ ਨਹੀਂ ਹੈ ਜੀ। ਚਲੋ, ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਸਾਨੀ ਸਾਹਿਬ ਕਹਿੰਦੇ ਨੇ ਕਿ ਹਜੇ ਕੋਈ ਪੱਕੀ ਗੱਲ ਨਹੀਂ ਆਈ, ਜਦੋਂ ਕਿ ਉਹਨਾਂ ਦੇ ਗਰਮ ਬਿਆਨ, ਜਿਹੜਾ ਸਮੂਹ ਇਕੱਠਾ ਹੋ ਰਿਹਾ ਨੌਜਵਾਨ ਵਰਗਾਂ ਦਾ, ਉਹ ਕਿਤੇ ਨਾ ਕਿਤੇ ਇਸ਼ਾਰਾ ਕਰਦਾ ਹੈ। ਤੇ ਕਮਲਜੀਤ ਸਿੰਘ ਜੀ ਨੇ ਕਿਹਾ ਵੀ ਇਹ ਜਿਹੜੀ ਗੱਲ ਚਰਚਾ ਚੱਲੀ ਹੈ, ਇਸ ਨੂੰ ਇੰਨਾ ਨਜ਼ਰਅੰਦਾਜ਼ ਕਰਕੇ ਨਹੀਂ ਚੱਲਣਾ ਚਾਹੀਦਾ। ਦੂਸਰਾ, ਜਿਹੜੀ ਵਾਰਸ ਪੰਜਾਬ ਦੀ ਗੱਲ ਕਰੀਏ, ਜਦੋਂ ਸਥਾਪਨਾ ਹੋਈ ਸੀਗੀ ਤਾਂ ਦੀਪ ਸਿੰਘ ਸਿੱਧੂ ਹੋਰਾਂ ਨੇ ਕੀਤੀ ਸੀਗੀ, ਤਾਂ ਉਦੋਂ ਦੋ ਗੱਲਾਂ ਸੀਗੀਆਂ ਉਹਦੇ 'ਚ, ਜਿੰਨਾ ਕੁ ਮੈਂ ਉੱਥੋਂ ਦੇਖਿਆ ਸੀਗਾ ਕਿ ਉਦੋਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸੀ, ਖੁਦ ਮੁਖਤਿਆਰੀ ਦੀ ਗੱਲ ਕੀਤੀ ਸੀ। ਮੈਨੂੰ ਲੱਗਦਾ ਵੀ ਸ਼ਾਇਦ ਉਹਦੇ ਵਿੱਚ ਲਿਖਤੀ ਰੂਪ 'ਚ ਇਹ ਖਾਲਿਸਤਾਨ ਦੇ ਏਜੰਡੇ ਦਾ ਜ਼ਿਕਰ ਵੀ ਨਹੀਂ ਹੈ। ਦੂਸਰਾ, ਧਰਮ ਤੇ ਸਿਆਸਤ ਦੀ ਗੱਲ ਹੋਈ। ਧਰਮ, ਇੱਕ ਧਿਰ ਕਹਿ ਰਹੀ ਹੈ ਧਰਮ ਤੇ ਸਿਆਸਤ ਵੱਖਰੀ ਵੱਖਰੀ ਹੋਣੀ ਚਾਹੀਦੀ ਹੈ, ਇੱਕ ਧਿਰ ਕਹਿ ਰਹੀ ਹੈ ਕਿ ਧਰਮ ਤੇ ਸਿਆਸਤ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਧਰਮ ਅੱਗੇ ਹੋਵੇ, ਸਿਆਸਤ ਪਿੱਛੇ ਹੋਵੇ, ਜਾਂ ਇੱਕ ਧਿਰ ਕਹਿ ਰਹੀ ਹੈ ਵੀ ਮਿਲ ਕੇ ਤਾਂ ਇੱਕ ਦੂਸਰੀ ਗੱਲ ਪੈਦਾ ਹੋ ਜਾਂਦੀ ਹੈ। ਚਲੋ, ਇਹ ਗੱਲ ਲੋਕਤੰਤਰ ਦੇ ਵਿੱਚ ਲੋਕਾਂ ਦੇ ਹਿੱਸੇ ਆਉਂਦੀ ਹੈ, ਉਹਨਾਂ ਨੇ ਕਿਹੜੀ ਧਿਰ ਨੂੰ ਕਿਵੇਂ ਦੇਖਣਾ ਤੇ ਕਿਵੇਂ ਚੁਣਨਾ, ਆਪਦੀ ਨੁਮਾਇੰਦਗੀ ਦੇਣੀ ਹੈ, ਆਪਦਾ ਲੋਕਤੰਤਰ ਦੇ ਵਿੱਚ ਜਿਹੜਾ ਹੱਕ ਮਿਲਿਆ ਹੋਇਆ ਉਸ ਨੂੰ ਇਸਤੇਮਾਲ ਕਰਨਾ। ਪਰ ਗੱਲ ਰੁਕਦੀ ਆ ਕਿ ਨੌਜਵਾਨ ਤੇ, ਪੰਜਾਬ ਦੇ ਨੌਜਵਾਨਾਂ ਤੇ ਜਿਹੜੀ ਇਹ ਚਰਚਾ ਛਿੜੀ ਹੈ, ਅਲੱਗ-ਅਲੱਗ ਤਰ੍ਹਾਂ ਦਾ ਅਲੱਗ-ਅਲੱਗ ਵਿਚਾਰ ਹੋ ਸਕਦਾ, ਪੱਖ ਹੋ ਸਕਦਾ, ਪਰ ਨੌਜਵਾਨ ਪੀੜ੍ਹੀ ਨੂੰ ਜਿੱਥੇ ਇੱਕ ਗੱਲ ਨਿਕਲ ਕੇ ਆਈ ਹੈ ਕਿ ਉਹ ਇੰਨੀ ਅਵੇਸਲੀ ਨਹੀਂ ਹੈ, ਇੰਨੀ
ਅਗਿਆਨੀ ਨਹੀਂ ਹੈ, ਉਹ ਸਮਝਦੀ ਹੈ ਕਿਹੜੀ ਗੱਲ ਉਹਨਾਂ ਦੇ ਪੱਖ ਦੀ ਹੈ ਜਾਂ ਕਿਹੜੀ ਉਹਨਾਂ ਦੇ ਪੰਜਾਬ ਦੇ ਪੱਖ ਦੀ ਹੈ ਜਾਂ ਉਹਨਾਂ ਦੇ ਭਵਿੱਖ ਦੇ ਪੱਖ ਦੀ ਹੈ। ਉਹ ਸੋਚ ਕੇ ਫੈਸਲਾ ਲੈਣਗੇ। ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਚਰਚਾ ਛਿੜੀ ਆ ਤਾਂ ਇਹਨੂੰ ਵਿਚਾਰਨ ਦੀ ਲੋੜ ਹੈ। ਜਿਸ ਤਰ੍ਹਾਂ ਅਸੀਂ ਜਿੰਨਾ ਕੁ ਵਿਚਾਰਿਆ, ਵਿਚਾਰ ਵੱਖਰੇ ਵੱਖਰੇ ਹੋ ਸਕਦੇ ਆ। ਫਿਰ ਇੱਕ ਨਵੀਂ ਚਰਚਾ ਲੈ ਕੇ ਮਿਲਦੇ ਆ। ਲਗਾਤਾਰ ਵੇਖਦੇ ਰਹੋ ਸਕਰੋਲ ਪੰਜਾਬ।